ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ। ਮਾਈਕ ਫੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ ਲੱਗਦੇ ਹੋ ਕਿ ਜਿਵੇਂ ਕਹੋਗੇ ਵੀ ਪਹਿਲਾਂ ਮੈਂ ਇੱਕ ਗਾਣਾ ਪੇਸ਼ ਕਰ ਲਵਾਂ, ਬਾਕੀ ਗੱਲ ਬਾਅਦ। ਮੈਂ ਕੀ ਕਰਾਂ, ਮੈਨੂੰ ਲਗਾਤਾਰ ਨਾ ਹਮੇਸ਼ਾ ਰੇਸ਼ਮੀਆਂ ਬਣਾਉਣ ਦੀ ਕੋਸ਼ਿਸ਼ ਕੀਤੀ। ਟਾਣਾ ਸਾਹਿਬ ਇਹਨੂੰ ਨੇੜੇ ਰੱਖੋ ਫੇਰ ਆਵਾਜ਼ ਆਏਗੀ। ਅੱਛਾ, ਐ ਕਰਕੇ ਓਕੇ ਠੀਕ ਆ। ਇਹਨੂੰ ਦੇਖਣਾ ਨਹੀਂ ਹੈ, ਇਹਦੇ ਚ ਬੋਲਣਾ ਹੈ। ਠੀਕ ਆ ਠੀਕ ਆ ਜੀ। ਕਹਿ ਰਹੇ ਸੀ ਕੁਛ ਜੀ। ਮੈਂ ਕਹਿਣ ਲੱਗਾ ਸੀਗਾ ਵੀ ਅਸੀਂ ਇਸ ਵੇਲੇ ਸੰਗਰੂਰ ਦੇ ਵਿੱਚ ਆ। ਮੈਨੂੰ ਓਪਰਾ ਜਿਹਾ ਲੱਗਦਾ ਐ ਨਾ, ਮੇਰੇ ਹੱਥ ਦੋਵੇਂ ਖਾਲੀ ਨਾ ਹੋਣ ਤਾਂ ਮੈਥੋਂ ਐ ਲੱਗਦਾ ਵੀ ਗੱਲ ਜੀ ਮੇਰੇ ਭੁੱਲੀ ਜੇ ਜਾਂਦਾ ਮੈਂ। ਪਰ ਖੈਰ, ਅਸੀਂ ਇਸ ਵੇਲੇ ਸੰਗਰੂਰ ਦੇ ਵਿੱਚ ਆ ਤੇ ਲੋਕ ਪੱਖੀ ਗਾਇਕੀ ਦੀ ਪੇਸ਼ਕਾਰੀ ਕਰਨ ਵਾਲੇ, ਜੋ ਇਸ ਵਕਤ ਸਮਾਜਿਕ ਗੀਤਾਂ ਦੀ ਪੇਸ਼ਕਾਰੀ ਕਰਨ ਵਾਲੇ ਸ਼ਿੰਗਾਰਾ ਸਿੰਘ ਚਹਿਲ ਹੋਰਾਂ ਦੇ ਨਾਲ ਗੱਲਬਾਤ ਕਰਨ ਆਏ ਆ। ਸ਼ਿੰਗਾਰਾ ਸਿੰਘ ਹੋਰਾਂ ਦੀਆਂ ਬਹੁਤ ਸਾਰੀਆਂ ਕੈਸਟਾਂ ਆਈਆਂ, 2 ਦਰਜਨ ਦੇ ਕਰੀਬ ਕੈਸਟਾਂ ਆਈਆਂ। ਕਿਸੇ ਵੇਲੇ ਇਹਨਾਂ ਦਾ ਪੰਜਾਬੀ ਗਾਇਕੀ ਦੇ ਵਿੱਚ ਚੰਗਾ ਨਾਂ ਸੀ ਮੈਂ ਤਾਂ ਕਹਿਣਾ ਕਿਉਂਕਿ ਕਈ ਲੋਕ ਬੇਸ਼ੱਕ ਨਹੀਂ ਕਬੂਲਦੇ ਹੋ ਕਿ ਹਰ ਕਿਸੇ ਨੂੰ ਲੱਗਦਾ ਹੁੰਦਾ ਵੀ ਅੱਜ ਵੀ ਤਾਂ ਠੀਕ ਆ, ਮੈਂ ਉਵੇਂ ਹੀ ਆ। ਪਰ ਲੋਕ ਕੀ ਕਹਿੰਦੇ, ਗੱਲ ਇਹ ਆ ਹੁਣ ਸ਼ਿੰਗਾਰਾ ਸਿੰਘ ਹੋਰੀ ਸਮਾਜਿਕ ਗੀਤ ਗਾਉਂਦੇ ਆ। ਇਹਨਾਂ ਦਾ ਉਹ ਕਮਰਸ਼ੀਅਲ ਵਪਾਰਕ ਦੌਰ ਖਤਮ ਹੋ ਚੁੱਕਿਆ। ਅਨੀਤਾ ਸਮਾਣਾ ਦੇ ਨਾਲ ਵੀ ਗਾਇਆ, ਬਹੁਤ ਸਾਰੇ ਦੁਗਾਣੇ ਇਹਨਾਂ ਨੇ ਹੋਰ ਗਾਇਕਾਵਾਂ ਦੇ ਨਾਲ ਵੀ ਗਾਏ ਆ। ਇਹਨਾਂ ਨੂੰ ਪੁੱਛਾਂਗੇ ਵੀ ਜ਼ਿੰਦਗੀ ਦੇ ਕੀ ਹਾਲਾਤ ਰਹੇ ਆ, ਗਾਇਕੀ ਦੇ ਵਿੱਚੋਂ ਕੀ ਖੱਟਿਆ, ਅੱਜ ਦੇ ਤਰੀਕ ਦੇ ਵਿੱਚ ਜ਼ਿੰਦਗੀ ਕਿਵੇਂ ਨਿਕਲ ਰਹੀ ਹੈ ਤੇ ਅੱਜ ਦੀ ਗਾਇਕੀ ਦਾ ਕੀ ਪ੍ਰਭਾਵ ਆ। ਬਿਲਕੁਲ ਸਹੀ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਬਾਈ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਮੈਂ ਆਪਣੇ ਆਪ ਨੂੰ ਧੰਨ ਭਾਗ ਗਿਣਦਾ। ਪੰਜਾਬੀ ਦੇ ਇੱਕ ਬਹੁਤ ਵੱਡੇ ਅਦਾਰੇ ਪ੍ਰਾਈਮ ਏਸ਼ੀਆ ਦੀ ਟੀਮ ਮੇਰੇ ਘਰ ਹੈ ਤੇ ਮੈਂ ਫੁੱਲਿਆ ਨਹੀਂ ਸਮਾ ਰਿਹਾ। ਮੈਂ ਕਿਸ ਸ਼ਬਦ ਨਹੀਂ ਮੈਨੂੰ ਆਉਣ ਰਹੇ ਵੀ ਮੈਂ ਸੱਚੀ ਮੁੱਚੀ ਅੱਜ ਇਹ ਗੱਲ ਹੈਗੀ ਹੈ। ਤੇ ਜੀ ਆਇਆਂ ਨੂੰ ਤੁਹਾਡਾ ਬਹੁਤ ਮਿਹਰਬਾਨੀ। ਮੈਂ ਥਿੰਦ ਭੈਣ ਨੂੰ ਤਾਂ ਮੈਂ ਬਹੁਤ ਕਾਫੀ ਤੌਰ ਦੇ ਉੱਤੇ ਪੰਜਾਬੀ ਭਾਸ਼ਾ ਕਰਕੇ ਮੈਨੂੰ ਉਹ ਬਹੁਤ ਵਧੀਆ ਲੱਗਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਟਕਸਾਲੀ ਭਾਸ਼ਾ ਬੋਲਦੇ ਨੇ ਪੰਜਾਬੀ, ਉਹ ਉਹਨਾਂ ਦੇ ਬਰਾਬਰ ਮੈਨੂੰ ਨਹੀਂ ਕੋਈ ਦੂਜਾ। 2-3 ਵਾਰੀ ਹੋਰ ਆਓ, ਇਹਨਾਂ ਨੇ ਕਹਿਣਾ ਮੇਰੀ ਤਨਖਾਹ ਵਧਾਓ। ਇਹ ਤਾਂ ਦੇਖੋ ਤੁਹਾਡੀ ਜ਼ਿੰਮੇਵਾਰੀ ਹੈ, ਪਰ ਜੋ ਗੱਲ ਮੈਨੂੰ ਵਧੀਆ ਲੱਗੀ ਹੈ, ਜੋ ਲੱਗਦੀ ਰਹੀ ਹੈ, ਮੈਂ ਤੁਹਾਨੂੰ ਵੀ ਤੁਹਾਡੇ ਨਾਲ ਵੀ ਮੈਂ ਉਚੇਚੇ ਤੌਰ ਤੇ ਗੱਲ ਕਰਦਾ ਰਿਹਾ ਉਹਨਾਂ ਬਾਰੇ ਵੀ ਕਿੱਥੋਂ ਨੇ ਉਹ ਵੀ ਜਿਹੜੀ ਇੰਨੀ ਟਕਸਾਲੀ ਭਾਸ਼ਾ ਬੋਲਦੇ ਨੇ। ਅਸਲ ਦੇ ਵਿੱਚ ਅਸੀਂ ਨਾ ਹਾਸਾ ਠੱਠਾ ਕਰਦੇ ਰਹਿੰਦੇ ਆ। ਇਹਨਾਂ ਦੀ ਤਨਖਾਹ 2 ਲੱਖ ਰੁਪਇਆ ਹੋ ਜਾਏ ਮੈਨੂੰ ਤਾਂ ਬੜੀ ਖੁਸ਼ੀ ਹੋਣੀ ਹੈ। ਚਲੋ ਸ਼ੁਕਰ ਹੈ। ਅਸਲ 'ਚ ਮੈਂ ਪਹਿਲਾਂ ਅੰਗਰੇਜ਼ੀ ਦੇ ਲਫ਼ਜ਼ ਵਿੱਚ ਵਰਤਦੀ ਰਹੀ ਹਾਂ, ਪਰ ਇਹ ਟਾਣਾ ਸਾਹਿਬ ਦੇ ਨਾਲ ਕੰਮ ਕਰਕੇ ਇਹਨਾਂ ਨੇ ਮੈਨੂੰ ਹਰ ਜਗ੍ਹਾ ਟੋਕਿਆ, ਰੋਕਿਆ ਕਿ ਇੱਥੇ ਅੰਗਰੇਜ਼ੀ ਨਹੀਂ ਵਰਤਣੀ, ਇੱਥੇ ਪੰਜਾਬੀ ਚ ਗੱਲ ਕਰਨੀ ਹੈ। ਇਹ ਉਹਦੇ ਕਰਕੇ ਅਸਰ ਜਿਹੜਾ ਉਹ ਹੋਇਆ ਭਾਸ਼ਾ। ਮਿਹਰਬਾਨੀ। ਟਾਣਾ ਸਾਹਿਬ ਆਪਣੀ ਹਸਤੀ ਹੈ ਜੀ, ਉਹਨਾਂ ਦਾ ਤਾਂ ਜਵਾਬ ਹੈ ਹੀ ਨਹੀਂ। ਤੇ ਬਾਈ ਜੀ, ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਚਾਹੁੰਦਾ ਗੀਤ ਦਾ ਇੱਕ ਨਮੂਨਾ ਹੀ ਹੋ ਜੇ। ਸਿੱਧਮ ਸਿੱਧਾ ਗੀਤ ਦਾ ਨਮੂਨਾ ਹੋ ਜੇ। ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦਈ ਨਾ ਵੀਰਾ ਵੇ ਬਣ ਜਾ ਰਿਹਾ। ਸਾਡੇ ਪਿੰਡਾਂ 'ਚ ਤਾਂ ਸੌਣ 'ਚ ਵੀ ਸੋਕਾ, ਸੋਕਾ ਵੇ ਵੀਰਾ ਬਣ ਜਾ ਰਿਹਾ। ਵਾਹ, ਕੀ ਬਾਤ। ਬਹੁਤ ਖੂਬ ਬਾਈ ਜੀ। ਕਿਸੇ ਵੇਲੇ ਤੁਸੀਂ ਬਹੁਤ ਕਮਰਸ਼ੀਅਲ ਵਪਾਰਕ ਬਿਰਤੀ ਵਾਲੇ ਗੀਤ ਵੀ ਗਾਉਂਦੇ ਰਹੇ ਆ। ਜੀ ਬਿਲਕੁਲ। ਤੁਹਾਡੇ ਦੁਗਾਣੇ ਜਿਨ੍ਹਾਂ ਦੇ ਸਰਲੇਖ ਆ ਥੋੜੇ ਜਿਹੇ ਗਰਮ ਜਿਹੇ ਵੀ ਹੁੰਦੇ ਸੀਗੇ। ਸੋ ਉਹ ਜਿਹੜਾ ਦੌਰ ਆ ਉਹਨੂੰ ਕਿਵੇਂ ਹੰਢਾਇਆ, ਕਿਵੇਂ ਉਸ ਦੌਰ ਦੇ ਵਿੱਚ ਪ੍ਰਵੇਸ਼ ਕੀਤਾ, ਕਿਵੇਂ ਗਾਇਕੀ ਦਾ ਤੁਹਾਡਾ ਪ੍ਰਭਾਵ ਰਿਹਾ? ਟਾਣਾ ਸਾਹਿਬ, ਮੁੱਢਲੇ ਤੌਰ ਤੇ ਤਾਂ ਜਿਸ ਤਰੀਕੇ ਨਾਲ ਜਾਂ ਜਿਸ ਘਰਾਂ ਦੇ ਵਿੱਚੋਂ ਜਾਂ ਜਿਸ ਇਲਾਕੇ ਦੇ ਵਿੱਚੋਂ ਮੈਂ ਆਇਆ, ਤਾਂ ਉਸ ਤੋਂ ਸਾਡੇ ਪਿੰਡ ਤੋਂ ਅਗਲੇ ਪਾਸੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ। ਤੇ ਬਗੈਰ ਕਿਸੇ ਦੀ ਮੱਤ, ਬਗੈਰ ਕੋਈ ਜਿਹਨੂੰ ਗੋਡ ਫਾਦਰ ਕਹਿ ਲਈਏ, ਬਗੈਰ ਕੋਈ ਕਿਸੇ ਦੀ ਬਾਹ ਫੜੇ, ਸਿੱਧਮ ਸਿੱਧਾ ਗਾਇਕੀ 'ਚ ਪ੍ਰਵੇਸ਼ ਕਰਕੇ ਜੋ ਪਰੰਪਰਾਗਤ ਤੌਰ ਦੇ ਉੱਤੇ ਚੱਲ ਰਹੀ ਸੀ, ਉਹੀ ਕੁਛ ਅਸੀਂ ਨੇ ਆਪਣੇ ਆਪ ਨੂੰ ਉਹਦੇ ਮੁਤਾਬਕ ਢਾਲ ਲਿਆ। ਤੇ ਜਦੋਂ ਕਿਤੇ ਸਮਾਂ ਚੱਲਦਾ ਗਿਆ ਤਾਂ ਜਦੋਂ ਕਿਤੇ ਜਾ ਕੇ ਸੁਰਤ ਆਈ, ਉਦੋਂ ਬਾਅਦ ਪਤਾ ਲੱਗਿਆ ਵੀ ਕੁਛ ਹੋਰ ਵੀ ਬਚਦਾ ਹੈ, ਫਿਰ ਆਪਣੇ ਆਪ ਨੂੰ ਢਾਲ ਵੀ ਲਿਆ। ਜੀ। ਜਿਹੜੇ ਤੁਹਾਡੇ ਗੀਤ ਬਹੁਤ ਮਕਬੂਲ ਹੋਏ, ਜਿਨ੍ਹਾਂ ਦੇ ਕਰਕੇ ਦਿਨ ਦੇ ਵਿੱਚ 2-2 3-3 ਅਖਾੜੇ ਵੀ ਲਾਉਂਦੇ ਰਹੇ ਆ ਜੀ, ਉਹਨਾਂ ਦਾ ਵੇਰਵਾ ਪਹਿਲਾਂ ਸਾਂਝਾ ਕਰ ਲਓ, ਕਿਉਂਕਿ ਜਿਹੜਾ ਨਵਾਂ ਪੂਰ ਆ ਸ਼ਾਇਦ ਉਹਨੂੰ ਨਹੀਂ ਵੀ ਪਤਾ ਇਸ ਗੱਲ ਦਾ ਵੀ ਆਹ ਗਾਣੇ ਵੀ ਹੁੰਦੇ ਸੀ ਤੇ ਇਹ ਗਾਣੇ ਚਹਿਲ ਹੋਰਾਂ ਨੇ ਗਾਏ ਆ। ਹੁਣ ਉਲਟ ਜ਼ਮਾਨੇ ਆਏ ਨੇ,
ਕਲਯੁਗ ਨੇ ਫੇਰੇ ਪਾਏ ਨੇ ਭੁੰਡਾਂ ਨੂੰ ਮੱਖੀਆਂ ਘੇਰਦੀਆਂ ਮੁੰਡਿਆਂ ਨੂੰ ਕੁੜੀਆਂ ਛੇੜਦੀਆਂ ਭੁੰਡਾਂ ਨੂੰ ਮੱਖੀਆਂ ਘੇਰਦੀਆਂ। ਇੱਕ ਇਹੋ ਜਿਹਾ ਗਾਣਾ ਸੀਗਾ ਜੀ ਜਿਹੜਾ ਇੱਕੋ ਟਾਈਮ ਪੂਰੇ ਸੰਸਾਰ ਦੇ ਵਿੱਚ ਚਲਾ ਗਿਆ ਜੀ। ਇਹਦਾ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਪੰਜਾਬੀ ਦਾ ਕਿਤੇ ਪਹਿਲਾ ਪੌਪ Song ਸੀਗਾ। ਅੱਛਾ। ਕਿਉਂਕਿ ਉਸ ਤੋਂ ਬਾਅਦ ਪੌਪ ਦੀ ਹਨੇਰੀ ਪੰਜਾਬ ਦੇ ਵਿੱਚ ਝੁੱਲੀ। ਇਹ ਕਿਹੜੇ ਵਰੇ ਦੇ ਵਿੱਚ ਤੁਸੀਂ ਚਲਾਈ ਹੈ? ਇਹ ਜੀ 1988 ਦੀ ਗੱਲ ਹੈ। ਅੱਛਾ ਜੀ। ਹਾਂਜੀ। ਉਦੋਂ ਅਸੀਂ ਤਾਂ ਰੂਟੀਨ ਦੇ ਵਿੱਚ ਹੀ ਗਾਇਆ ਸੀਗਾ ਜੀ, ਵਧੀਆ ਲੱਗਿਆ ਵੀ ਚਲੋ ਲੋਕ ਬੋਲੀ ਵਰਗਾ ਗੀਤ ਹੈ। ਪਰ ਜਦੋਂ ਉਸ ਤੋਂ ਬਾਅਦ ਪੌਪ ਦਾ ਜ਼ਮਾਨਾ ਹੋ ਗਿਆ, ਫਿਰ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਪੌਪ Song ਸੀਗਾ, ਆਪਾਂ ਅਣਜਾਣਪਣੇ ਚ ਹੀ ਗਾ ਬੈਠੇ। ਤੇ ਮਤਲਬ ਪੰਜਾਬੀ ਦਾ ਇਹ ਕਹਿ ਲਈ ਵੀ ਪਹਿਲਾ ਪੌਪ Song ਸੀ, ਇਸ ਕਰਕੇ ਉਹਨੂੰ ਬਹੁਤ ਜ਼ਿਆਦਾ ਬੁਲੰਦੀਆਂ ਮਿਲੀਆਂ। ਹੁਣ ਵੀ ਇਹ ਪੌਪ ਹੀ ਲੱਗਦਾ ਕਿ ਪਾਪ Song ਲੱਗਦਾ? ਨਹੀਂ ਜੀ, ਇਹਦੇ ਪਿੱਛੇ ਕੁਝ ਸੰਭਲ ਜਾਵੋ ਮੁੰਡਿਓ ਤੇ ਹੋਸ਼ ਕਰੋ ਮੁਟਿਆਰਿਓ ਨਹੀਂ, ਮੈਂ ਕਹਾ ਮੁਹੱਬਤ ਨਹੀਂ ਮਾੜੀ ਪਰ ਥਾਂ ਝੱਖ ਨਾ ਮਾਰੋ ਨਹੀਂ। ਭਾਵੇਂ ਮਾੜਾ ਏ ਭਾਵੇਂ ਚੰਗਾ ਏ ਪਰ ਕੋਰੇ ਵਾਲੀ ਸੰਗਾ ਇਹ ਗੱਲਾਂ ਕਰਦਾ 40 ਸ਼ੇਰ ਦੀਆਂ, ਮੁੰਡਿਆਂ ਨੂੰ ਕੁੜੀਆਂ ਛੇੜਦੀਆਂ ਭੁੰਡਾਂ ਨੂੰ ਮੱਕੀ। ਇਹਦੇ ਅੰਤ ਦੇ ਵਿੱਚ ਬਕਾਇਦਾ ਇੱਕ ਮੱਤ ਦਿੱਤੀ ਗਈ ਹੈ। ਇਹਨੂੰ ਲੱਚਰਤਾ ਦੀ ਕਿਸੇ ਕਿਸਮ ਦੀ ਇੱਕ ਵੀ ਗੀਤ ਆਪਣਾ ਲੱਚਰ ਦੇ। ਹੋਰ ਕਿਹੜੇ ਗੀਤ ਬੇਹੱਦ ਮਕਬੂਲ ਹੋਏ? ਉਸ ਤੋਂ ਬਾਅਦ ਜੀ ਬੇਹੱਦ ਮਕਬੂਲ ਮੈਂ ਗਾ ਕੇ ਸੁਣਾਵਾਂ। ਗੱਲ ਸੁਣਨੀ ਦਰਾਂ ਦੇ ਮੂਹਰੇ ਬੈਠੀਏ, ਅੱਗਾ ਦੇਖ ਕੇ ਬਾਹਰ ਨੂੰ ਆਈਏ, ਕਦੇ ਮਾਪਿਆਂ ਦੇ ਘਰੇ ਜਾਣ ਜੋਗੀਏ, ਤਾਰੀ ਬਨ ਸੁਰਮਾ ਨਾ ਪਾਈਏ, ਵੇਲਾ ਖੁੰਝਿਆ ਕਦੇ ਨਹੀਂ ਹੱਥ ਆਉਣਾ, ਤੂੰ ਮਾਪਿਆਂ ਦੀ ਲੱਜ ਖੋਵੇਂਗੀ, ਫੇਰ ਅੱਖਾਂ 'ਚ ਘਸੁੰਨ ਦੇ ਕੇ ਤੂੰ ਇਹਦੇ ਬਹਾਨੇ ਰੋਵੇਂਗੀ, ਫੇਰ ਅੱਖਾਂ 'ਚ ਚੁੰਨੀ ਦਾ ਪੱਲੂ ਰੱਖ ਕੇ ਤੂੰ ਇਹਦੇ ਬਹਾਨੇ ਰੋਵੇਂਗੀ। ਇਹ ਗੀਤ ਜੀ ਅਵਤਾਰ ਮਾਹੀ ਜਲੰਧਰ ਦੇ ਵਿੱਚ ਰਿੰਪੀ ਪ੍ਰਿੰਸ ਹੋਰਾਂ ਦੇ ਪਿਤਾ ਜੀ, ਹਾਂ, ਇਹ ਉਹਨਾਂ ਨੇ ਰਿਕਾਰਡ ਕੀਤਾ ਸੀਗਾ ਮੇਰਾ। ਅੱਛਾ ਜੀ। ਹਾਂਜੀ। ਤੇ ਵੈਸੇ ਸਭ ਤੋਂ ਪਹਿਲਾ ਗੀਤ ਜਿਹੜਾ ਤੁਹਾਡਾ ਆਇਆ ਉਹ ਕਿਹੜਾ ਗੀਤ ਸੀ? ਪਹਿਲਾ ਗੀਤ ਇਹੋ ਸੀਗਾ ਜੀ, ਤੂੰ ਇਹਦੇ ਬਹਾਨੇ ਰੋਏਂਗੀ ਜੀ। ਹਾਂਜੀ। ਇਸ ਤੋਂ ਬਾਅਦ ਵਿੱਚ ਹੌਲੀ ਹੌਲੀ ਇਹ ਸਫ਼ਰ ਜਿਹੜਾ ਉਹ ਲੰਬਾ ਹੁੰਦਾ ਹੈ। ਹਾਂਜੀ। ਉਦੋਂ ਜਾਂ ਕਲੀਆਂ ਦਾ ਯੁੱਗ ਸੀਗਾ ਜਾਂ ਦੁਗਾਣਿਆਂ ਦਾ ਯੁੱਗ ਸੀਗਾ ਜੀ। ਮੈਨੂੰ ਇਹ ਲੱਗਿਆ ਵੀ ਇਹਦੇ ਵਿੱਚ ਵਿਚਾਲੋਂ ਦੀ ਕੁਝ ਇਹੋ ਜੀ ਗੱਲ ਕੀਤੀ ਜਾਵੇ ਜਿਹੜੀ ਕੁਝ ਅਲੱਗ ਲੱਗਦੀ ਹੋਵੇ। ਫਿਰ ਮੈਂ ਸੋਲੋ ਗਾਇਕੀ ਚੁਣੀ। ਅੱਛਾ। ਹਾਂਜੀ। ਉਹ ਸੋਲੋ ਗਾਇਕੀ ਮਤਲਬ ਦੁਗਾਣਿਆਂ ਦਾ ਰਸ ਵੀ ਦਿੰਦੀ ਰਹੀ, ਕਲੀਆਂ ਦਾ ਉੱਚੀ ਹੇਕ ਦਾ ਰਸ ਵੀ ਦਿੰਦੀ ਰਹੀ, ਜਿਹਦੇ ਕਰਕੇ 2-4 ਕੈਸਟਾਂ ਮੈਂ ਇਸ ਦੀਆਂ ਵਧੀਆ ਗਾ ਲੀਆਂ। ਵੈਸੇ ਕੁੱਲ ਕਿੰਨੀਆਂ ਕੈਸਟਾਂ ਤੁਹਾਡੀਆਂ ਹੁਣ ਤੱਕ? ਮੇਰੀਆਂ ਕੋਈ 2 ਦਰਜਨ ਦੇ ਕਰੀਬ ਕੈਸਟਾਂ, 24 ਜਾਂ 25 ਕੈਸਟਾਂ ਮੇਰੀਆਂ ਆਈਆਂ ਹੋਈਆਂ। ਤੇ ਤੁਸੀਂ ਸੋਲੋ ਹੀ ਨਹੀਂ, ਤੁਸੀਂ ਦੁਗਾਣੇ ਵੀ ਗਾਏ? ਬਿਲਕੁਲ ਜੀ, ਮੈਂ ਅਨੀਤਾ ਸਮਣਾ ਦੇ ਨਾਲ ਤੁਹਾਡੀ ਇੱਕ ਕੈਸਟ ਆਈ, ਉਹ ਬਹੁਤ ਮਕਬੂਲ ਹੋਈ ਸੀਗੀ, ਬਹੁਤ ਹਿੱਟ ਹੋਈ ਸੀ ਜੀ। ਬਿਲਕੁਲ। ਉਹਦਾ ਬੋਲ ਕੀ ਸੀਗੇ, ਉਹਦਾ ਨਾਂ ਕੀ ਸੀ? ਉਹਦਾ ਨਾਂ ਸੀਗਾ ਜੀ ਦਿਓਰਾ ਤੈਨੂੰ ਠੱਗ ਟੱਕਰੇ। ਅੱਜ ਵੀ ਉਹ ਟੀ ਸੀਰੀਜ਼ ਉਹਨੂੰ ਖੂਬ ਵੇਚ ਰਹੀ, ਅੱਜ ਵੀ ਉਸ ਕੈਸਟ ਦੇ ਗਾਣਿਆਂ ਨੂੰ। ਹਾਂਜੀ। ਤੇ ਫਿਰ ਤੁਸੀਂ ਅਨੀਤਾ ਸਮਣਾ ਦੇ ਨਾਲ ਦੁਗਾਣਿਆਂ ਦੀਆਂ ਸਟੇਜਾਂ ਵੀ ਲਾਉਂਦੇ ਰਹੇ ਹੋ? ਹਾਂਜੀ, ਮੈਂ ਕੋਈ 4 ਸਾਲ ਅਨੀਤਾ ਸਮਣਾ ਦੇ ਨਾਲ ਬਿਲਕੁਲ ਗਾਇਆ ਜੀ ਲਗਾਤਾਰ। ਅੱਛਾ। ਜਿਹਦੇ ਚ ਅਸੀਂ 2-2, 3-3 ਪ੍ਰੋਗਰਾਮ ਵੀ ਕੱਢੇ ਨੇ। ਤੇ ਉਸ ਕੋਈ ਦੁਗਾਣੇ ਦੇ ਬੋਲ ਜਿਹੜਾ ਕਿ ਉਦੋਂ ਬਹੁਤ ਚਰਚਿਤ ਹੋਇਆ ਹੋਵੇ? ਉਹਨਾਂ ਦਿਨਾਂ ਦੇ ਵਿੱਚ ਦੁਗਾਣਿਆਂ ਦੇ ਬੋਲ ਉਹ ਤਾਂ ਸਾਰੇ ਇਹਦੇ ਤਕਰੀਬਨ 8 ਦੇ 8 ਗੀਤ ਸੀਗੇ ਜੋ ਵਧੀਆ ਹਿੱਟ ਹੋਏ ਸੀਗੇ। ਗੱਲ ਸੁਣੇ ਆਪ ਹੁਦਰੀਏ ਨਾਰੇ ਨੀ ਜੋਰਾਵਰੀਆਂ ਕਰਦੀ ਐ, ਅਲਕ ਬਛੇਰੀ ਵਾਂਗੂ ਨੀ ਥਾਂ ਟੂਸੇ ਚੜਦੀ ਐ, ਖੇਤੀ ਯਾਰ ਜੌਆਂ ਦੀ ਰਾਖੀ ਤੇ ਤੂੰ ਨਹਾਉਂਦੀ ਫਿਰੇ ਵਿਸਾਖੀ, ਤੇਰੀ ਕਿੱਥੇ ਕਰਾਂ ਮੈਂ ਰਾਖੀ, ਪੱਟਤੀ ਮਿੱਠੀਆਂ ਚੋਗਿਆਂ ਨੇ, ਲੱਗਦਾ ਚਾਟ ਤੇ ਲਾਲੀ ਨੀ ਤੂੰ ਵੀ ਯਾਰ ਧਨੋਗਿਆਂ ਨੇ, ਉਹ ਲੱਗਦਾ ਚਾਟ ਤੇ ਲਾਲੀ ਨੀ ਤੂੰ ਵੀ ਯਾਰ ਧਨੋਗਿਆਂ ਨੇ। ਇਹ ਧਨੋਗਿਆ ਕੀ ਹੁੰਦਾ ਜੀ? ਇਹ ਧਨੋਗਾ ਜੀ ਸਾਡੇ ਇਲਾਕੇ ਦੇ ਵਿੱਚ ਜਿਹੜਾ ਵਾਧੂ ਜਾਂ ਬੰਦਾ ਹੋਵੇ, ਕਈ ਬੇਲੜ ਜਾਂ ਜੇਠ ਵਾਸਤੇ ਵੀ ਵਰਤਿਆ ਜਾਂਦਾ ਹੈ, ਕਈ ਵੀ ਧਨੋਗਾ ਆ ਗਿਆ। ਤੇ ਇਹ ਮਾਲਵੇ ਦੇ ਵਿੱਚ ਖਾਸ ਕਰਕੇ ਜਿੱਥੇ ਅਸੀਂ ਵਸਦੇ ਆ, ਸੰਗਰੂਰੀਆ ਬੋਲੀ ਦੇ ਵਿੱਚ ਧਨੋਗਾ ਸ਼ਬਦ ਵਰਤਿਆ ਜਾਂਦਾ ਹੈ। ਵਾਹ। ਪਰ ਵੈਸੇ ਮੈਨੂੰ ਬਹੁਤੀਆਂ ਗੱਲਾਂ ਇਸ ਗੀਤ 'ਚ ਸਮਝ ਨਹੀਂ ਆਈਆਂ। ਨਹੀਂ, ਉਹ ਤਾਂ ਨਹੀਂ ਆਈਆਂ ਕਿਉਂਕਿ ਮਲਵਈ ਆ ਨਾ ਜੀ। ਕਿਉਂਕਿ ਜਿਵੇਂ ਟੂਸੇ ਆ, ਤੁਹਾਨੂੰ ਨਹੀਂ ਪਤਾ ਵੀ ਇਹ ਨਰਮੇ ਦੇ ਟੂਸੇ ਹੁੰਦੇ ਆ, ਕਪਾਹ ਦੇ ਇਹ ਟੂਸੇ ਹੁੰਦੇ ਆ, ਇਦਾਂ ਦੀਆਂ ਗੱਲਾਂ ਹੁੰਦੀਆਂ। ਜਿਹਨੂੰ ਤੁਸੀਂ ਕਰੂੰਬਲਾ ਕਹਿੰਦੇ ਉਤਰਲੀ। ਹਾਂਜੀ। ਉਹ
ਅੱਛਾ ਜੀ, ਅਸੀਂ ਠੀਕ ਉਹ ਹੈ। ਟੂਸੇ ਵੱਢ ਕੇ ਲਿਆਉਂਦੇ ਰਹੇ ਮੱਝਾਂ ਨੂੰ ਪਾਉਣ ਦੇ ਲਈ। ਵਾਹ ਕੀ ਬਾਤ ਹੈ, ਸ਼ੁਕਰੀਆ ਮੇਰੀ ਜਾਣਕਾਰੀ ਚ ਵਾਧਾ ਕਰਨ ਦੇ ਲਈ। ਜੀ। ਸੋ ਇਹ ਇਸ ਤਰ੍ਹਾਂ ਕਮਰਸ਼ੀਅਲ ਗਾਇਕੀ ਦਾ ਜਿਹੜਾ ਦੌਰ ਹੈ ਉਹ ਅੱਗੇ ਵਧਦਾ ਗਿਆ ਤੇ ਉਸ ਵੇਲੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇੱਕ ਦਿਨ ਦੇ ਵਿੱਚ 2 ਤੋਂ 3 ਪ੍ਰੋਗਰਾਮ ਤੁਸੀਂ ਜੀ, ਲਗਾਏ ਨੇ, ਬਿਲਕੁਲ ਮਤਲਬ ਕੀਤੇ। ਮਹੀਨੇ ਦੇ ਵਿੱਚ ਵਾਵਾ ਚੰਗੇ ਪ੍ਰੋਗਰਾਮ। ਹਾਂਜੀ ਸੁੱਖ ਨਾਲ ਮੈਂ ਵਧੀਆ ਪ੍ਰੋਗਰਾਮ ਕੱਢਦਾ ਰਿਹਾ ਜੀ। ਨਾਲ ਤੁਸੀਂ ਅਧਿਆਪਕ ਵੀ ਰਹੇ, ਹਾਂਜੀ ਤੁਸੀਂ ਹੈੱਡ ਮਾਸਟਰ ਦੇ ਤੌਰ ਦੇ ਉੱਤੇ ਸੇਵਾ ਮੁਕਤ ਹੋਏ। ਬਿਲਕੁਲ ਜੀ। ਤੇ ਫਿਰ ਗਾਇਕੀ ਤੇ ਇਹ ਸਾਰਾ ਕੁਝ ਬਰਾਬਰ ਕਿਵੇਂ ਚੱਲਦਾ ਸੀ? ਇਹ ਬਰਾਬਰ ਇਦਾਂ ਚੱਲ ਪੈਂਦਾ ਸੀ ਜੀ। ਉਦੋਂ ਇੱਕ ਤਾਂ ਜਦੋਂ ਜ਼ਿਆਦਾ ਪ੍ਰੋਗਰਾਮ ਹੋ ਗਏ ਉਦੋਂ ਮੈਂ ਛੁੱਟੀਆਂ ਲੈ ਲੈਂਦਾ ਸੀ, ਵਿਦਆਊਟ ਪੇ ਛੁੱਟੀ ਲੈ ਲੈਂਦਾ ਸੀ ਜਦੋਂ ਲਗਾਤਾਰ ਪ੍ਰੋਗਰਾਮ ਹੁੰਦੇ ਸੀਗੇ ਜੀ। ਤੇ ਆਮ ਲੋਕ ਬਹੁਤੇ ਸਿਆਣੇ ਨੇ ਵੀ ਉਹ ਜਾਂ ਤਾਂ ਐਤਵਾਰ ਨੂੰ ਜਾਂ ਛੁੱਟੀ ਵਾਲੇ ਦਿਨ ਹੀ ਜ਼ਿਆਦਾ ਪ੍ਰੋਗਰਾਮ ਮਤਲਬ ਅੱਜ ਵੀ ਉਹੀ ਗੱਲ ਹੈ, ਤੇ ਲੋਕ ਜ਼ਿਆਦਾ ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਪ੍ਰੋਗਰਾਮ ਰੱਖਦੇ ਤੇ ਕਦੇ ਇਦਾਂ ਦੀ ਗੱਲ ਨਹੀਂ ਹੋਈ ਵੀ ਟੀਵੀ ਦੇ ਉੱਤੇ ਤੁਹਾਡਾ ਗਾਣਾ ਆਇਆ, ਹਾਂਜੀ, ਉਹਦੇ ਵਿੱਚ ਤੁਸੀਂ ਕਹਿੰਦੇ ਵੀ ਭਾਈ ਯਾਰਾਂ ਨੂੰ ਛੱਡ ਗਈਆਂ, ਆ ਟੂਸੇ ਚਰ ਗਈਆਂ, ਤੇ ਸਕੂਲ ਦੇ ਵਿੱਚ ਨਿਆਣੇ ਕਹਿੰਦੇ ਹੁਣ ਮਾਸਟਰ ਜੀ ਰਾਤ ਟੂਸੇ ਚਰਾਈ ਜਾਂਦੇ ਸੀ? ਨਹੀਂ, ਇਹੋ ਜੀ ਕਦੇ ਨੌਬਤ ਨਹੀਂ ਆਈ ਜੀ। ਉਹ ਅਸਲ 'ਚ ਮੇਰੇ ਗਾਣੇ ਨੂੰ ਜਦੋਂ ਪੂਰਾ ਸੁਣ ਲਿਆ ਜਾਂਦਾ ਨਾ ਜੀ, ਉਹ ਪੂਰੇ ਸੁਣਨ ਦੇ ਬਾਅਦ ਜਦੋਂ ਉਹਦੀ ਕੈਲਕੂਲੇਸ਼ਨ ਜਾਂ ਉਹਦਾ ਕੱਢਿਆ ਜਾਂਦਾ ਨਿਚੋੜ, ਤਾਂ ਉਹ ਪੋਜ਼ਿਟਿਵ ਹੀ ਮਿਲਦਾ ਹੈ ਜੀ। ਪਰ ਦੋ ਕਿਤੇ ਇੱਕ ਮਤਲਬ ਇਕੱਠਿਆਂ ਅੱਗੇ ਵਧਾਉਣੇ ਹਨਾ, ਇਹ ਕਿਉਂਕਿ ਤੁਹਾਡਾ ਸੁਪਨਾ ਅਸਲ ਦੇ ਵਿੱਚ ਇੱਕ ਗਾਇਕ ਬਣਨਾ ਸੀ ਜਾਂ ਅਧਿਆਪਕ ਬਣਨਾ ਸੀ? ਮੇਰਾ ਸੁਪਨਾ ਤਾਂ ਗਾਇਕ ਬਣਨਾ ਸੀਗਾ ਜੀ। ਹਾਂ, ਇਹ ਤਾਂ ਸਾਡਾ ਇੱਕ ਬੜਾ ਦੁਖਾਂਤ ਹੈ ਜੀ। ਜੇ ਮੈਂ ਇਕੱਲਾ ਗਾਇਕ ਹੁੰਦਾ ਜਾਂ ਮੈਨੂੰ ਸਬਜੈਕਟ ਦੇ ਤੌਰ ਦੇ ਉੱਤੇ ਮਿਊਜ਼ਿਕ ਮੈਂ ਕੀਤਾ ਹੁੰਦਾ ਤਾਂ ਅੱਜ ਮੈਂ ਕਿਸੇ ਅੱਛੀ ਯੂਨੀਵਰਸਿਟੀ ਦੇ ਵਿੱਚ ਮਿਊਜ਼ਿਕ ਦਾ ਵਧੀਆ ਲੈਕਚਰਾਰ ਜਾਂ ਪ੍ਰੋਫੈਸਰ ਹੋਣਾ ਸੀਗਾ। ਪਰ ਮੈਂ ਪੜ੍ਹਾਉਂਦਾ ਰਿਹਾ ਸਿਕੰਦਰ ਸਾਰੀ ਉਮਰੇ ਜੀ, ਤੇ ਮੇਰਾ ਸ਼ੌਕ ਸੀਗਾ ਜਾਂ ਮੈਨੂੰ ਕੁਦਰਤ ਵੱਲੋਂ ਮੇਰੀ ਦਾਤ ਮਿਲੀ ਸੀਗੀ ਮਿਊਜ਼ਿਕ ਦੀ, ਪਰ ਬੇਵਸੀ ਪੇਟ ਖਾਤਰ ਕਹਿ ਲਓ ਉਹ ਮੈਨੂੰ ਸਮਾਜਿਕ ਸਿੱਖਿਆ ਪੜ੍ਹਾਉਣੀ ਪਈ। ਬਾਈ ਜੀ, ਜਿਹੜਾ ਮੈਂ ਸਵਾਲ ਕਰਨ ਲੱਗਾ ਉਹਦੇ ਲਈ ਮੈਂ ਪਹਿਲੇ ਮਾਫੀ ਚਾਹੁੰਦਾ। ਜਿਉਂਦੇ ਰਹੋ। ਦੇਖੋ, ਕੁਦਰਤਾ ਹੋ ਸਕਦਾ ਮੇਰਾ 1 ਸਕਿੰਟ ਦੇ ਵਿੱਚ ਰਾਹ ਦੇ ਵਿੱਚ ਜਾਂਦੇ ਚ ਕੋਈ ਵੀ ਅੰਗ ਨੁਕਸਾਨਿਆ ਜਾਵੇ, ਜੀ, ਮੈਂ ਅਪਾਹਜ ਹੋ ਜਾ ਸਾਰੀ ਉਮਰ ਦੇ ਲਈ। ਤੁਹਾਨੂੰ ਪੋਲੀਓ ਨੇ ਛੋਟੀ ਉਮਰ ਦੇ ਵਿੱਚ ਡੰਗ ਲਿਆ। ਹਾਂਜੀ, 4 ਸਾਲ। ਤੁਹਾਡੀ ਇੱਕ ਲੱਤ ਆ ਜਿਹੜੀ ਉਹ ਨਕਾਰਾ ਜੀ। ਤੁਹਾਨੂੰ ਇਸ ਗੱਲ ਨੇ, ਇਸ ਅਪਾਹਜਤਾ ਨੇ ਵੀ ਗਾਇਕੀ ਦੇ ਵਿੱਚ ਨੁਕਸਾਨ ਪਹੁੰਚਾਇਆ ਕਿ ਨਹੀਂ? ਕਿਉਂਕਿ ਅੱਜ ਦੇ ਦੌਰ ਦੇ ਵਿੱਚ ਨੱਚਣ ਟੱਪਣ ਵਾਲੇ ਕਲਾਕਾਰ ਆ, ਉਦੋਂ ਵੀ ਕਈ ਕਲਾਕਾਰ ਸੀਗੇ, ਤੇ ਇਹ ਤੁਹਾਨੂੰ ਕਦੇ-ਕਦੇ ਇਸ ਗੱਲ ਦਾ ਦੁੱਖ ਹੁੰਦਾ ਵੀ ਭਾਈ ਜੇਕਰ ਇਉਂ ਨਾ ਹੁੰਦਾ ਤਾਂ ਮੇਰਾ ਨਾਂ ਅੱਜ ਤੋਂ ਵੱਡਾ ਹੋਣਾ ਸੀਗਾ? ਟਾਣਾ ਸਾਹਿਬ, ਇਹ ਤਾਂ ਗੱਲ ਹੈਗੀ ਹੀ ਹੈ। ਜਦੋਂ ਸਰੀਰ ਦਾ ਇੱਕ ਅੰਗ ਬਰਾਬਰ ਕੰਮ ਨਹੀਂ ਕਰਦਾ ਤਾਂ ਉਹ ਵਿਘਨ ਤਾਂ ਬਣਦਾ ਹੀ ਹੈ। ਪਰ ਇੰਨਾ ਕੁ ਉਹਨਾਂ ਦਿਨਾਂ ਦੇ ਵਿੱਚ ਸ਼ੁਕਰ ਸੀਗਾ ਵੀ ਉਦੋਂ ਨੱਚਣ ਟੱਪਣ ਦਾ ਯੁੱਗ ਨਹੀਂ ਸੀਗਾ। ਜੇ ਕੋਈ ਨੱਚਦਾ ਟੱਪਦਾ ਵੀ ਹੁੰਦਾ ਤਾਂ ਉਹਨੂੰ ਬੁਰਾ ਮਨਾਉਂਦੇ ਹੁੰਦੇ। ਅੱਛਾ, ਵੀ ਯਾਰ ਛਾਲਾਂ ਕਿਉਂ ਮਾਰਦਾ, ਤੂੰ ਸਿੱਧਾ ਖੜਕੇਗਾ। ਮਤਲਬ ਉਦੋਂ ਸੁਣਨ ਦਾ ਯੁੱਗ ਸੀਗਾ ਵੀ ਸਾਨੂੰ ਸੁਣਾ, ਜਿਹਦੇ ਕਰਕੇ ਮੈਨੂੰ ਕੋਈ ਬਹੁਤੀ ਇਹਦੀ ਦਿੱਕਤ ਮਹਿਸੂਸ ਨਹੀਂ ਹੋਈ ਹੈਗੀ। ਤੇ ਉਸ ਤੋਂ ਬਾਅਦ ਜਦੋਂ ਨੱਚਣ ਦਾ ਯੁੱਗ ਆ ਗਿਆ ਤਾਂ ਫਿਰ ਮੈਂ ਆਪਣੇ ਆਪ ਨੂੰ ਇਹਦੇ ਚੋਂ ਵਾਪਸੀ ਕਰ ਲਿਆ। ਹਾਂ, ਵੀ ਹੁਣ ਆਪਾਂ ਇਹਦੇ ਯੋਗ ਨਹੀਂ। ਸਮਝ ਕੇ ਕੀਤਾ ਵਾਪਸ ਵੀ ਭਾਈ ਹੁਣ ਤੇਰੇ ਵੱਸ ਦੀ ਗੱਲ ਨਹੀਂ, ਜਾਂ ਇਹ ਅਚਾਨਕ ਹੀ ਕੋਈ ਨਾ ਕੋਈ ਗੱਲ ਬਣ ਗਈ? ਨਹੀਂ, ਇਹਦੇ ਪਿੱਛੇ ਅਚਾਨਕ ਘਟਨਾ ਵਾਪਰੀ ਜੀ, ਬਹੁਤ ਵੱਡੀ ਘਟਨਾ ਵਾਪਰੀ, ਜਿਹਦੇ ਕਰਕੇ ਮੈਨੂੰ ਇਸ ਤੋਂ ਲੋਕਾਂ ਨੇ ਕੱਢਤਾ। ਮੈਂ ਆਪ ਨਹੀਂ ਨਿਕਲਿਆ, ਮੈਨੂੰ ਲੋਕਾਂ ਨੇ ਕੱਢਤਾ। ਕਿਉਂ? ਉਹ ਇਹ ਸੀਗਾ ਜੀ, ਨੌਜਵਾਨ ਭਾਰਤ ਸਭਾ ਪਟਾਲ ਕਲਾਂ ਇੱਕ ਪਿੰਡ ਹੈ ਆਪਣੇ ਲਹਿਰੇ ਗਾਗੇ ਦੇ ਕੋਲ। ਅੱਛਾ ਜੀ। ਉੱਥੇ ਸ਼ਹੀਦ ਭਗਤ ਸਿੰਘ ਜੀ ਦੀ ਬਰਸੀ ਮਨਾਈ ਗਈ ਸੀਗੀ, ਤੇ ਉੱਥੇ ਇੱਕ ਕਿਤਾਬਚਾ ਕੱਢਿਆ ਗਿਆ ਸੀਗਾ ਬਹੁਤ ਵੱਡਾ। ਉਹਦੇ ਵਿੱਚ ਮੈਨੂੰ ਕੁਝ ਗੀਤ ਪੜ੍ਹਨ ਦਾ ਮੌਕਾ ਮਿਲਿਆ, ਜੋ ਗੀਤ ਸੰਤ ਰਾਮ ਉਦਾਸੀ ਜੀ ਦੇ ਸੀ। ਉਹ ਗੀਤਾਂ ਨੂੰ ਨਾਮਦੇਵ ਸਿੰਘ ਉਸ ਵੇਲੇ ਦੇ ਜੋ ਉਹਦੇ ਘਰ ਮੂਹਰਲੇ ਮੁੰਡੇ ਸੀਗੇ ਕੰਮ ਕਰਦੇ, ਉਹਨਾਂ ਨੇ ਮਾਣਕ ਸਾਹਿਬ ਨੂੰ ਚਿੱਠੀ ਲਿਖੀ। ਅੱਛਾ, ਵੀ ਇਹ ਜਿਹੜੇ ਗੀਤ ਨੇ ਮਾਣਕ ਸਾਹਿਬ ਗਾਉਣ, ਵੀ ਕਿਉਂਕਿ ਉਹਨਾਂ ਦਾ ਨਾਂ ਹੀ ਅੱਛਾ ਹੈ, ਉਹ ਅੱਛੇ ਗਾਉਂਦੇ ਨੇ ਹੈ ਜੀ, ਉਦਾਸੀ ਸਾਹਿਬ ਦੇ ਗੀਤ। ਮਾਣਕ ਸਾਹਿਬ ਨੂੰ ਚਿੱਠੀ ਪਾਈ, ਬਟ ਮਾਣਕ ਸਾਹਿਬ ਨੇ ਕੋਈ ਜਵਾਬ ਨਾ ਦਿੱਤਾ ਕਿਸੇ ਵੀ ਕਾਰਨ ਕਰਕੇ। ਹਾਂ, ਉਹਦੀ ਵਜ੍ਹਾ ਕੋਈ। ਦੁਬਾਰਾ ਫੇਰ ਚਿੱਠੀ ਪਾਈ, ਦੁਬਾਰਾ ਚਿੱਠੀ ਦਾ ਜਵਾਬ ਤਾਂ ਆਇਆ, ਬਟ ਉਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਵੀ ਮੈਂ ਇਹ ਗੀਤ ਗਾਊਂਗਾ ਜੀ। ਤੇ ਫਿਰ ਕੁਛ ਮੇਰੇ ਮਨ ਨੇ ਹੁਲਾਰਾ ਖਾਦਾ ਵੀ ਗੀਤ ਤਾਂ ਵਧੀਆ ਨੇ, ਕੁਛ ਉਹਨਾਂ ਨੂੰ ਪੜ੍ਹ ਕੇ ਕੁਦਰਤੀ, ਤੁਸੀਂ ਆਪ ਸਾਹਿਤਕਾਰ ਹੋ, ਤੁਹਾਨੂੰ ਪਤਾ ਹੀ ਹੈ ਵੀ ਉਹ ਗੀਤਾਂ ਨੂੰ ਪੜ੍ਹਨ ਤੋਂ ਬਾਅਦ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਨੇ। ਫਿਰ ਮੈਂ ਸੋਚਿਆ ਵੀ ਮੈਂ ਹੀ ਗਾਊਂਗਾ। ਅੱਛਾ, ਹਾਂਜੀ। ਫਿਰ ਤੁਹਾਡੇ ਨਾਲ ਸੰਪਰਕ ਹੋਇਆ? ਫਿਰ ਨਹੀਂ, ਮੈਂ ਕੁਦਰਤ ਹੈਗਾ ਹੀ ਉੱਥੇ ਹੀ ਸੀਗਾ। ਮੈਂ ਉਹ ਨੌਜਵਾਨ ਭਾਰਤ ਸਭਾ ਦੇ ਜਿਹੜੇ ਜੋ ਦਿਨ ਮਨਾਏ ਜਾ ਰਹੇ ਸੀ ਉੱਥੇ ਸੀ। ਮੈਂ ਕਿਹਾ ਵੀ ਉਸ ਤੋਂ ਬਾਅਦ ਜਦੋਂ ਅਸੀਂ ਇਕੱਠੇ ਹੁੰਦੇ ਰਹਿੰਦੇ ਸੀ, ਮੈਂ ਕਿਹਾ ਵੀ ਨਾਮਦੇਵ, ਮੈਂ ਕਿਹਾ ਵੀ ਮੈਂ ਗਾਊਂਗਾ ਇਹ ਗੀਤ। ਉਹ ਕਹਿੰਦਾ ਤੂੰ ਦੇਖ ਲੈ। ਉਹ ਸਿਆਣੇ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਇਹਦੀ ਕੀ ਸਿੱਟਾ ਨਿਕਲ ਸਕਦਾ ਜੀ।
ਮੈਂ ਕਿਹਾ ਜੋ ਵੀ ਹੈ ਜੀ ਮੈਂ ਗਾਊਂਗਾ। ਤੇ ਇੱਥੇ ਮੈਂ ਸਾਡੇ ਪ੍ਰੋਡਿਊਸਰ ਸੀਗੇ ਜੈਦਕਾ ਸਾਹਿਬ, ਜੈਦਕਾ ਆਡੀਓ ਲਿੰਕਰਸ ਜਾਲ ਕੰਪਨੀ, ਜਿਹਦੇ 'ਚ ਮੇਰੀਆਂ ਕੈਸਟਾਂ ਆਈਆਂ ਸੀਗੀਆਂ। ਉਹ ਕਹਿੰਦਾ ਜੀ ਇਹਦੇ 'ਚ ਤਾਂ ਕੁਛ ਨਿਕਲਣਾ ਨਹੀਂ, ਇਹ ਵਿਕਣੀ ਨਹੀਂ ਕੈਸਟ, ਇੱਦਾਂ ਜੀ ਇਹ ਤਾਂ ਹੋਰ ਹੀ ਕੁਛ ਹੈ। ਤੇ ਮੈਂ ਕਿਹਾ ਯਾਰ ਤੂੰ ਮੇਰੀ ਉਹਨਾਂ ਦੇ ਰੈਲਟੀ ਦਿੰਦਾ ਹੁੰਦਾ ਸੀਗਾ ਮੈਨੂੰ ਉਹ ਪਰ ਕੈਸਟ। ਮੈਂ ਕਿਹਾ ਯਾਰ ਜੇ ਇਹਦੇ 'ਚੋਂ ਕੋਈ ਤੇਰਾ ਨੁਕਸਾਨ ਹੋਇਆ ਤੂੰ ਮੇਰੀ ਦੂਜੀ ਕੈਸਟ ਦੇ ਵਿੱਚੋਂ ਰੈਲਟੀ ਕੱਟ ਲਈ, ਬਟ ਇਹ ਤਾਂ ਮੈਂ ਗਾਊਂਗਾ ਹੀ ਗਾਊਂਗਾ। ਤਾਂ ਮੈਂ ਚੂੜੀਆਂ ਦਾ ਹੋਕਾ ਟਾਈਟਲ ਹੇਠ 8 ਗੀਤ ਸੰਤਰਾਮ ਉਦਾਸੀ ਜੀ ਦੇ ਗਾਏ ਜੀ। ਉਹ ਪਤਾ ਨਹੀਂ ਲੋਕ ਤਰਿਹਾਏ ਸੀਗੇ, ਪਤਾ ਨਹੀਂ ਉਸ ਤਰ੍ਹਾਂ ਦੀ ਚੀਜ਼ ਲੋਕਾਂ ਨੂੰ ਮਿਲ ਨਹੀਂ ਰਹੀ ਸੀਗੀ, ਬਟ ਉਹ ਕੈਸਟ ਇੰਨੀ ਹਿੱਟ ਹੋਈ ਚੂੜੀਆਂ ਦਾ ਹੋਕਾ ਸੰਤਰਾਮ ਉਦਾਸੀ ਜੀ ਦੀ, ਉਹ ਘਰ ਘਰ ਵੱਜੀ। ਕਿਹੜੀ ਕੰਪਨੀ 'ਚ? ਜਾਲ ਕੰਪਨੀ ਸੀ। ਜੇ ਉਦੋਂ ਬਾਅਦ ਉਹ ਟੀ ਸੀਰੀਜ਼ ਲੈ ਗਈ ਸੀ ਉਹਨੂੰ। ਤੇ ਉਹ ਤਾਂ ਗੱਲ ਉਲਟ ਹੋ ਗਈ ਉਹਦੀ, ਇਹ ਤਾਂ ਵਿਕਣੀ ਨਹੀਂ, ਬਲਕਿ ਉਹ ਤੋਂ ਉਹਦਾ ਮਾਲ ਪੂਰਾ ਨਹੀਂ ਹੋਇਆ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਕੁਲਦੀਪ ਮਾਨਕ ਹੋਰਾਂ ਦੇ ਵੱਲੋਂ ਉੱਤਰ ਨਾ ਦੇਣਾ, ਹਾਂਜੀ, ਜਾਂ ਉਹਨਾਂ ਗੀਤਾਂ ਨੂੰ ਗਾਉਣ ਦੀ ਸਹਿਮਤੀ ਨਾ ਪ੍ਰਗਟਾਉਣਾ, ਹਾਂਜੀ, ਤੁਹਾਡੀ ਗਾਇਕੀ ਦੇ ਵਿੱਚ ਮੋੜਾ ਘਟਾਉਣ ਦਾ ਕਾਰਨ ਬਣ ਗਿਆ। ਇੱਕ ਵਜ੍ਹਾ ਬਣੀ। ਹਾਂਜੀ, ਪਰ ਤੁਸੀਂ ਇਹ ਜ਼ਿਕਰ ਕੀਤਾ ਸੀ ਕਿ ਲੋਕਾਂ ਨੇ ਤੁਹਾਨੂੰ ਇਸ ਖੇਤਰ ਤੋਂ ਕੱਢ ਹਾਂਜੀ, ਦਿੱਤਾ। ਉਹ ਮੈਂ ਦੱਸਣ ਲੱਗਿਆ। ਉਸ ਤੋਂ ਬਾਅਦ ਇੱਕ ਕੈਸਟ ਮੈਂ ਹੋਰ ਗਾਈ, ਉਹਨਾਂ ਦੇ ਗੀਤ ਚੂੜੀਆਂ ਦਾ ਹੋਕਾ ਤੋਂ ਬਾਅਦ ਕਮੀਆਂ ਦਾ ਵਿਹੜਾ। ਹਾਂ, ਤੂੰ ਮਗਦਾ ਰਹੀ ਵੇ ਸੂਰਜਾ, ਮਗਦਾ ਰਹੀ ਵੇ ਸੂਰਜਾ, ਉਹਦੇ ਚ ਇਹ ਹਾਂ ਕਮੀਆਂ ਦਾ ਵਿਹੜਾ, ਉਹਦੇ ਵਿੱਚ 8 ਗੀਤ ਉਹਦੇ ਵਿੱਚ ਸੀ ਜੀ। ਤੇ ਚਲੋ ਚੱਲਦੇ ਚਲਾਉਂਦੇ ਉਸ ਤੋਂ ਬਾਅਦ ਮੈਂ ਆਪਣੀ ਉਹੀ ਚਾਲ ਦੇ ਵਿੱਚ ਇੱਕ ਰੋਮਾਂਟਿਕ ਕੈਸਟ ਗਾਈ। ਕਿਹੜੀ? ਸੋਹਣਾ ਦੇ ਗਿਆ ਨਿਸ਼ਾਨੀ। ਅੱਛਾ। ਇਸ ਤਰ੍ਹਾਂ ਉਹ ਜੀ ਮੇਰੇ ਉਹ ਤਾਂ ਕੈਸਟ ਤਾਂ ਵਿਕੀ ਨਹੀਂ, ਬਿਲਕੁਲ ਹੀ ਨਾ ਵਿਕੀ। ਫੇਰ ਮੈਂ ਇੱਕ ਕੈਸਟ ਗਾਈ, ਫੇਰ ਨਾ ਵਿਕੀ। ਉਹ ਕਿਹੜੀ? ਉਹ ਸੀਗੀ ਹੱਸ ਕੇ ਨਾ ਲੰਘ ਵੈਰੀਆ। ਮੈਂ ਕਿਹਾ ਸੋਚਿਆ ਵੀ ਨਾਮਦੇਵ ਹੋਰੀ ਸ਼ਾਇਦ ਇਹੀ ਗੱਲ ਕਹਿੰਦੇ ਸੀਗੇ ਵੀ ਤੇਰੀਆਂ ਉਧਰਲਾ ਪਾਸਾ ਤੇਰਾ ਮਾਰਿਆ ਜਾਊਗਾ। ਉਹ ਜੀ ਮੈਨੂੰ ਵੀ ਅਹਿਸਾਸ ਹੋ ਗਿਆ। ਜਾਣੀ ਜਿਹੜੀ ਘਟਨਾ ਦੀ ਆਪਾਂ ਗੱਲ ਕਰਦੇ ਹਾਂ ਉਹ ਇਹੀ ਘਟਨਾ ਸੀ। ਲੋਕਾਂ ਨੇ ਮੈਨੂੰ ਉਧਰਲੇ ਪਾਸੋਂ ਕੱਢ ਕੇ ਚੱਕ ਕੇ ਜਿਹੜੀ ਲੋਕ ਪੱਖੀ ਇਨਕਲਾਬੀ ਗਾਇਕੀ ਦਾ ਇੱਕ ਗਾਇਕ ਪ੍ਰਵਾਨ ਕਰ ਲਿਆ। ਬਹੁਤ ਖੂਬ ਹੈ ਜੀ, ਤੇ ਇਹਦੀ ਲੋੜ ਵੀ ਆ। ਸਮੇਂ ਦੀ ਜ਼ਰੂਰਤ ਹੈ ਕਿ ਮਨੋਰੰਜਨ ਦੇ ਨਾਲ ਨਾਲ ਸਿੱਖਿਆਦਾਇਕ ਗਾਇਕੀ ਸਾਰੇ ਹੀ ਪੇਸ਼ ਕਰਨ। ਬਿਲਕੁਲ ਤੇ ਸਹੀ। ਗੱਲਬਾਤ ਆਪਾਂ ਜਾਰੀ ਰੱਖਣੀ ਹੈ, ਇੱਕ ਨਿੱਕਾ ਜਿਹਾ ਵਕਫਾ ਲੈ ਲਈਏ। ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਹਿਣਾ, ਤੇ ਸਾਡੇ ਦੋਵਾਂ ਦੇ ਨਾਲ ਅੱਜ ਮੌਜੂਦ ਨੇ ਸ਼ਿੰਗਾਰਾ ਸਿੰਘ ਚਹਿਲ ਜੀ। ਸੋ ਹੁਣ ਆਪਾਂ ਗੱਲਾਂ ਬਾਤਾਂ ਅੱਗੇ ਵਧਾਈਏ। ਜਦੋਂ ਤੁਸੀਂ ਦੁਬਾਰਾ ਸ਼ੁਰੂਆਤ ਕੀਤੀ ਨਾ, ਮੈਂ ਇਹਨੂੰ ਇੱਥੇ ਰੱਖੀ ਬੈਠਾ ਸੀ, ਸ਼ੀਸ਼ੇ ਦੀ ਐਂ ਕਰ ਲਿਆ, ਮੈਂ ਕਿਹਾ ਭਾਈ ਇੱਥੇ ਹੀ ਚੱਲਦਾ। ਹਾਂ ਬਿਲਕੁਲ ਸਹੀ। ਸੋ ਆਪਾਂ ਗੱਲਬਾਤ ਜਿਹੜੀ ਆ ਉਹ ਅੱਗੇ ਬਾਅਦ ਚ ਵਧਾਉਂਦੇ ਆ। ਮੈਂ ਚਾਹੁੰਦੀ ਆ ਪਹਿਲਾਂ ਕਮੀਆਂ ਦੇ ਵਿਹੜੇ ਦੇ 2 ਬੋਲ ਹੋ ਜਾਣ, ਫਿਰ ਗੱਲ ਅੱਗੇ ਤੋਰਦੇ ਆ। ਮਾਂ ਧਰਤੀ ਏ ਤੇਰੀ ਗੋਦ ਨੂੰ, ਮਾਂ ਧਰਤੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ, ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਬਹੁਤ ਖੂਬ, ਕਿਆ ਬਾਤ ਹੈ, ਕਿਆ ਪ੍ਰਭਾਵ ਆ। ਟੈਣਾ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ ਕਿ ਜ਼ਰੂਰ ਇਹੋ ਜੀ ਗਾਇਕੀ ਅੱਗੇ ਆਉਣੀ ਚਾਹੀਦੀ ਔਰ ਚਾਹੀਦੀ ਵੀ ਹੈ, ਪਰ ਜੇ ਨਿੱਜੀ ਤੌਰ ਤੇ ਪੁੱਛੀਏ ਤਾਂ ਤੁਹਾਨੂੰ ਇਸ ਗੱਲ ਦਾ ਦੁੱਖ ਹੈ ਕਿ ਕਮਰਸ਼ੀਅਲ ਗਾਇਕੀ ਛੱਡ ਕੇ? ਨਹੀਂ ਜੀ, ਮੈਨੂੰ ਇਸ ਗੱਲ ਦਾ ਬਹੁਤ ਵੱਡਾ ਸੁੱਖ ਹੈ, ਸੁਖਾਂਤ ਹੈ ਵੀ ਜੋ ਤਾਜ ਲੋਕਾਂ ਨੇ ਮੇਰੇ ਸਿਰ ਤੇ ਧਰਿਆ, ਜਾਂ ਮੈਨੂੰ ਉਧਰਲੇ ਪਾਸਿਓਂ ਕੱਢ ਕੇ ਲੋਕਾਂ ਨੇ ਮੈਨੂੰ ਇਧਰਲੇ ਪਾਸੇ ਨੂੰ ਭੇਜਤਾ ਕਹਿ ਲਈਏ, ਜਾਂ ਪੁਸ਼ ਕਰਤਾ, ਕੁਝ ਵੀ ਕਹਿ ਲਈਏ, ਜਾਂ ਮੇਰੀ ਅਗਵਾਈ ਲੋਕਾਂ ਨੇ ਕੀਤੀ। ਪਰ ਤੁਹਾਨੂੰ ਹੋ ਸਕਦਾ ਸੁੱਖ ਇਸ ਕਰਕੇ ਵੀ ਹੋਵੇ ਕਿਉਂਕਿ ਤੁਹਾਡਾ ਆਰਥਿਕ ਪੱਖ ਸੁਖਾਵਾਂ ਸੀ ਜੀ, ਤੁਸੀਂ ਅਧਿਆਪਕ ਸੀ। ਜੇ ਤੁਸੀਂ ਅਧਿਆਪਕ ਨਾ ਹੁੰਦੇ ਤੇ ਬਾਕੀ ਕੋਈ ਹੋਰ ਕੰਮ ਨਾ ਚੱਲਦਾ ਹੁੰਦਾ, ਸ਼ਾਇਦ ਤੁਸੀਂ ਇਸ ਪੱਖ ਨੂੰ ਨਾ ਸੋਚਦੇ ਨਾ, ਸ਼ਾਇਦ ਕੋਈ ਦੁੱਖ ਹੁੰਦਾ ਜਾਂ ਕੋਈ ਇਹਦੀ ਵਜ੍ਹਾ ਬਾਤ ਹੋਰ ਹੋਣੀ ਸੀਗੀ। ਤੇ ਪਰ ਹੁਣ ਜਦੋਂ ਮੈਨੂੰ ਹੁਣ ਕੁੱਲ ਮਿਲਾ ਕੇ ਮੈਂ ਸੋਚਦਾ ਵੀ ਬਹੁਤ ਵਧੀਆ ਹੋਇਆ ਮੇਰੇ ਵਾਸਤੇ, ਲੋਕਾਂ ਨੇ ਮੈਨੂੰ ਬਹੁਤ ਵਧੀਆ ਜਿਹੜਾ ਪਲੇਟਫਾਰਮ ਦਿੱਤਾ ਹੈ। ਤੇ ਮੈਂ ਉਹਦੇ 'ਚ ਹੀ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਮੈਂ ਨਹੀਂ ਦੇਖਿਆ ਜੀ। ਫਿਰ ਤਰਕਸ਼ੀਲ ਸੁਸਾਇਟੀ ਵੱਲੋਂ ਮੈਂ ਤਰਕਸ਼ੀਲ ਸੁਰਾਂ, ਤਰਕਸ਼ੀਲ ਹੇਕਾਂ, ਕਿਰਤੀ ਦੇ ਕੁੱਲੀਏ, ਜਾਨੀ ਫਿਰ ਮੈਂ ਇਸ ਰੰਗ ਦੇ ਜਿਹੜੇ ਜਿਹਨੂੰ ਲੋਕ ਪੱਖੀ ਇਨਕਲਾਬੀ ਸਮਾਜਿਕ ਗੀਤ, ਸੜਕਾਂ ਤੇ ਰੋੜੀ ਕੁੱਟਦੀਆਂ ਕੁੜੀਆਂ, ਕਾਰਖਾਨਿਆਂ ਦੇ ਵਿੱਚ ਮਤਲਬ ਧੂਏ ਨਾਲ ਧੂਆ ਹੁੰਦੇ ਮਜ਼ਦੂਰ, ਖੇਤਾਂ ਦੇ ਵਿੱਚ ਪੋਹ ਮੱਘ ਦੀਆਂ ਰਾਤਾਂ ਦੇ ਵਿੱਚ ਜਿਹੜੇ ਕੱਕਰ ਦੇ ਵਿੱਚ
ਵਿਚਰਦੇ ਕਿਸਾਨ, ਉਹ ਫਿਰ ਮੈਂ ਸਾਰੇ ਗੀਤ ਉਸ ਤੋਂ ਬਾਅਦ ਕਿਸਾਨੀ ਬਾਰੇ ਕੀ ਹੋ ਜੀ? ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਬੱਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਬਈ ਤੂੜੀ ਵਿੱਚੋਂ ਪੁੱਤ ਵਗਿਆ। ਵਾਹ, ਬਹੁਤ ਖੂਬ, ਕੀ ਇਹ ਬਾਤ। ਕਿਸਾਨ ਤੇ ਉਹਦੇ ਸੀਰੀ ਦੀ ਦਾਸਤਾਨ ਹੈ ਜੀ, ਜੋ ਆਪਣੇ ਬਲਦ ਰਾਹੀਂ ਬੱਗੇ, ਬਲਦ ਦੇ ਰਾਹੀਂ। ਜੀ ਜੀ ਜੀ। ਕਿਸਾਨ ਅੰਦੋਲਨ ਚੱਲ ਰਿਹਾ ਜੀ ਕਿਸਾਨ ਮੰਗਾ ਰੱਖ ਰਹੇ ਆ, ਬਿਲਕੁਲ ਜੀ। ਸਿਖਰ ਦੇ ਉੱਤੇ ਆ ਕਿਸਾਨਾਂ ਦਾ ਸਿਰੜ, ਤੇ ਇਹ ਸਿਰੜ ਨੂੰ ਮੁੱਖ ਰੱਖ ਕੇ ਵੀ ਕੁਛ ਨਾ ਕੁਛ ਪੇਸ਼ ਕੀਤਾ ਕਿ ਨਹੀਂ ਹਾਲੇ ਤੱਕ? ਹਾਂਜੀ ਹਾਂ, ਮੈਂ ਬੜਾ ਕੁਝ ਆਪਣੀ ਆਵਾਜ਼ 'ਚ ਵੀ, ਆਪਣੇ ਬੇਟੇ ਰਾਹੀਂ ਵੀ, ਤੇ ਮੇਰੇ ਜਿਹੜੇ ਦੂਸਰੇ ਸਾਥੀ ਨੇ ਉਹਨਾਂ ਦੀ ਆਵਾਜ਼ ਵਿੱਚ ਵੀ ਮੈਂ ਕਾਫੀ ਕੁਝ ਇਸ ਅੰਦੋਲਨ ਨੂੰ ਡੈਡੀਕੇਟ ਹੋ ਕੇ ਲਿਖਿਆ। ਜੇ ਮੇਰਾ ਤਾਂ ਲਿਖਣਾ ਬਣਦਾ ਹੀ ਸੀ, ਜਾਂ ਮੇਰਾ ਗਾਉਣਾ, ਜਾਂ ਮੇਰਾ ਇੱਧਰ ਨੂੰ ਕੁਝ, ਹੁਣ ਤਾਂ ਮੇਰਾ ਖਾਸ ਡਿਊਟੀ ਬਣਦੀ ਸੀ, ਮੈਂ ਕਾਫੀ ਕੁਝ ਕੀਤਾ ਹੈ ਜੀ। ਬਹੁਤ ਚੰਗੀ ਗੱਲ ਆ ਬਾਈ ਜੀ। ਇਹ ਦੱਸੋ ਕਿ ਇਸ ਵਕਤ ਪੰਜਾਬੀ ਗਾਇਕੀ ਦਾ ਜੋ ਮੁਹਾਂਦਰਾ ਹੈ ਜੀ, ਆਪਾਂ ਜਾਣਦੇ ਆ, ਹਾਂਜੀ ਹਾਂਜੀ। ਤੁਹਾਨੂੰ ਵੀ ਕਈ ਵਾਰ ਜਿਵੇਂ ਹੁਣ ਤੁਸੀਂ ਸੋਚਦੇ ਆ ਕਿ ਭਾਈ ਉਸ ਦੌਰ ਦੇ ਵਿੱਚ ਮੈਂ ਇਸ ਕਰਕੇ ਗਾਏ, ਉਹਦੇ ਲਈ ਲੋੜਾਂ ਸੀ, ਉਦੋਂ ਨਿਆਣ ਮੱਤੇ ਸੀ। ਅੱਜ ਦੇ ਕਲਾਕਾਰ ਵੀ ਕਈ ਕੁਝ ਗਾ ਰਹੇ, ਸ਼ਾਇਦ ਉਹ ਤੁਹਾਡੀ ਉਮਰ ਦੇ ਵਿੱਚ ਆ ਕੇ ਇਹ ਗੱਲ ਸੋਚਣ ਵੀ ਅਸੀਂ ਵੀ ਉਦੋਂ ਨਿਆਣ ਮੱਤੇ ਸੀ। ਹਾਂਜੀ, ਤੁਹਾਨੂੰ ਵੀ ਆਪਣੀ ਚੜ੍ਹਦੀ ਉਮਰ ਦੇ ਵਿੱਚ, ਚੜ੍ਹਦੀ ਜਵਾਨੀ ਦੇ ਵਿੱਚ 2 4 5 ਗੀਤਾਂ ਦੇ ਗਾਉਣ ਦਾ ਅਫਸੋਸ ਹੈ ਕਿ ਭਾਈ ਮੈਂ ਇਹ ਨਾ ਗਾਉਂਦਾ ਤਾਂ ਵੀ ਤਾਂ ਸਰ ਜਾਣਾ ਸੀ? ਨਹੀਂ ਜੀ, ਮੈਨੂੰ ਕਿਸੇ ਵੀ ਗੀਤ ਦਾ ਅਫਸੋਸ ਨਹੀਂ ਹੈ, ਕਿਉਂਕਿ ਮੇਰਾ ਅੱਜ ਤੱਕ ਇੱਕ ਵੀ ਗੀਤ ਮੈਨੂੰ ਕੋਈ ਲੱਭ ਕੇ ਨਹੀਂ ਲਿਆ ਕੇ ਦੇ ਸਕਦਾ, ਮੇਰੇ ਜਿੰਨੇ ਮੈਂ ਗਾਏ ਨੇ ਗੀਤ, ਜਿਹਦੇ ਵਿੱਚ ਕੋਈ ਨੈਗੇਟਿਵਿਟੀ ਹੋਵੇ, ਜਿਹਦੇ ਵਿੱਚ ਕੋਈ ਨਾ ਪੱਖ ਹੋਵੇ। ਪਰ ਜਿਹੜੇ ਅੱਜ ਕੱਲ ਦੇ ਗਾਇਕ ਨੇ, ਇਹ ਬਰੀ ਨਹੀਂ ਕੀਤੇ ਜਾ ਸਕਦੇ, ਇਹ ਜਾਣ ਬੁੱਝ ਕੇ ਕਰਦੇ ਨੇ, ਬਿਲਕੁਲ ਪਲੈਨਿੰਗ ਤਹਿਤ, ਯੋਜਨਾ ਤਹਿਤ ਕਰਦੇ ਨੇ, ਕਿਉਂਕਿ ਇਹ ਦੇਖਦੇ ਨੇ ਵੀ ਕਿਹੜੀ ਤਰ੍ਹਾਂ ਦੀ ਗੱਲ ਚੱਲੀ ਹੈ, ਤੇ ਹੁਣ ਮੈਂ ਉਦੋਂ ਉੱਪਰਲੀ ਗੱਲ ਕਿਵੇਂ ਕਰ ਸਕਦਾ, ਜਾਂ ਸਿੱਧੇ ਸ਼ਬਦਾਂ 'ਚ ਮੈਂ ਨਹੀਂ ਜਾਣਾ ਚਾਹੁੰਦਾ। ਜੇ ਕੋਈ ਕੁੜੀ ਦੇ ਗਿੱਟੇ ਦੀ ਗੱਲ ਕਿਸੇ ਨੇ ਕੀਤੀ ਹੈ, ਤਾਂ ਦੂਸਰਾ ਕਹਿੰਦਾ ਵੀ ਮੈਂ ਜੇ ਗੋਡੇ ਦੀ ਗੱਲ ਕਰਾਂ ਤਾਂ ਠੀਕ ਹੈ। ਇਦਾਂ ਪੂਰੀ ਪਲੈਨਿੰਗ ਤਹਿਤ ਇਹ ਸਾਰਾ ਕੁਝ, ਕਿਉਂਕਿ ਇਹਦੇ 'ਚ ਹੁਣ ਦੇਸ਼ ਦੇ ਵਿੱਚ ਜਿਹੜੀ ਆ ਚੁੱਕੀ ਹੈ ਪੂੰਜੀਵਾਦੀ ਦੌਰ ਜੋ ਵਿਚਰ ਰਿਹਾ ਹੈ, ਇਹ ਜਿਹੜੀ ਸਾਡੀ ਗਾਇਕੀ ਹੈ, ਇਹ ਵੀ ਉਹਨਾਂ ਘਰਾਣਿਆਂ ਦੀ ਮਤਲਬ ਟਿਪਸ ਦੇ ਉੱਤੇ ਹੈ। ਉਹਦੇ ਵਿੱਚ ਬਕਾਇਦਾ ਘਰਾਣੇ ਕੁਝ ਸ਼ਾਮਲ ਵੀ ਹੋਏ ਨੇ, ਜਿਵੇਂ ਬਜਾਜ ਜਾਂ ਦੂਸਰੇ ਘਰਾਣੇ, ਜਿਨ੍ਹਾਂ ਨੇ ਮਤਲਬ ਸਿੱਧੇ ਰੂਪ ਦੇ ਵਿੱਚ ਪੈਸਾ ਸ਼ਮੂਲੀਅਤ ਕੀਤੀ ਹੋਈ ਹੈ ਉਹਦੇ 'ਚ, ਤੇ ਉਹ ਚਾਹੁੰਦੇ ਨੇ ਵੀ ਸਾਨੂੰ ਨਹੀਂ ਪਤਾ ਕਿਸੇ ਵੀ ਤਰੀਕੇ ਨਾਲ, ਪੂੰਜੀਵਾਦੀ ਦਾ ਮਤਲਬ ਹੁੰਦਾ ਵੀ ਪੈਸਾ, ਉਹਦੇ 'ਚ ਕੋਈ ਸੋਚ ਦੀ, ਕਿਸੇ ਹੋਰ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਉਹ ਪੂੰਜੀਵਾਦੀ ਦੌਰ ਆ ਗਿਆ। ਕੁਛ ਇਹ ਇਦਾਂ ਨੇ ਵੀ ਮੈਨੂੰ ਤਾਂ ਕਿਸੇ ਰੂਪ ਦੇ ਵਿੱਚ, ਮੈਨੂੰ ਮੇਰਾ ਤਾਂ ਨਾਮ ਵੱਜਣਾ ਚਾਹੀਦਾ ਹੈ, ਮੇਰਾ ਤਾਂ ਫਲਾਣਾ ਸਿੰਘ ਫਲਾਣਾ ਹੋਣਾ ਚਾਹੀਦਾ ਹੈ, ਉਹਦੇ ਚਾਹੇ ਮੇਰੇ ਬੋਲ ਗੰਦੇ ਨੇ, ਚਾਹੇ ਮੇਰੇ ਨਾਲ ਚਿੱਕੜ ਲੱਗਿਆ, ਚਾਹੇ ਮੇਰੇ ਨਾਲ ਜੋ ਮਰਜ਼ੀ ਲੱਗਿਆ, ਬਟ ਮੈਨੂੰ ਤਾਂ ਇੱਕ ਵਾਰੀ ਇਹ ਬੋਲਣਾ ਚਾਹੀਦਾ ਮੈਂ ਫਲਾਣਾ ਸਿੰਘ ਫਲਾਣਾ। ਮੈਂ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਸਰਤਾਜ ਨੂੰ ਵੀ ਸੁਣਦੀ ਹੈ ਜੀ ਜੀ, ਬੱਬੂ ਮਾਨ ਨੂੰ ਵੀ ਸੁਣਦੀ ਹੈ, ਬਿਲਕੁਲ ਜੀ, ਸਿੱਧੂ ਮੂਸੇਵਾਲਾ ਨੂੰ ਵੀ ਸੁਣਦੀ ਹੈ, ਕਰਨ ਔਜਲੇ ਨੂੰ ਵੀ ਸੁਣਦੀ ਹੈ, ਬਾਕੀਆਂ ਨੂੰ ਵੀ ਸੁਣਦੀ ਹੈ ਜੀ। ਤੁਹਾਨੂੰ ਕਰਨ ਔਜਲੇ ਦੀ ਸੋਚ ਦੀ ਗਾਇਕੀ ਠੀਕ ਲੱਗਦੀ ਹੈ ਜਾਂ ਸਰਤਾਜ ਜਾਂ ਬੱਬੂ ਦੀ? ਦੇਖੋ ਜੀ, ਸਰਤਾਜ ਤੇ ਬੱਬੂ ਦਾ ਤਾਂ ਜਵਾਬ ਨਹੀਂ। ਬੱਬੂ ਤਾਂ, ਜਿੱਥੋਂ ਤੱਕ ਮੈਨੂੰ ਬੱਬੂ ਬਾਰੇ ਮੈਨੂੰ ਜਾਣਕਾਰੀ ਹੈ, ਕਿਉਂਕਿ ਬੱਬੂ ਤਰਲੋਚਨ ਹੋਰਾਂ ਦੇ ਡਰਾਮਿਆਂ ਦੇ ਵਿੱਚ ਉੱਠ ਕੇ ਗਿਆ ਹੋਇਆ ਹੈ। ਬੱਬੂ ਨੇ ਵੀ ਇਹ ਉਦਾਸੀ ਸਾਹਿਬ ਦੇ ਗੀਤ ਗਾਏ ਨੇ। ਬੱਬੂ ਨੂੰ ਜਿਹੜੀ ਪਾਣ ਲੱਗੀ ਹੋਈ ਹੈ ਇਸ ਦੀ, ਜਿਹੜੀ ਆਪਣੀ ਸਮਾਜਿਕ ਪੱਖ ਦੀ ਆਪਾਂ ਕਹੀਏ, ਇਨਕਲਾਬੀ ਪੱਖ ਦੀ, ਉਹਨੂੰ ਬਕਾਇਦਾ ਪਾਣ ਚੜੀ ਹੋਈ ਹੈ ਬੱਬੂ ਮਾਨ ਨੂੰ। ਇਸ ਕਰਕੇ ਬੱਬੂ ਦੀ ਗਾਇਕੀ ਤਾਂ ਕੁਦਰਤੀ ਇਧਰਲੇ ਪਾਸੇ ਨੂੰ ਆਉਣੀ ਜ਼ਰੂਰੀ ਸੀ, ਔਰ ਆਈ ਵੀ ਹੈ, ਉਹਦੀ ਸੁਭਾਵਿਕ ਵੀ ਹੈ। ਬੱਬੂ ਦੀ ਗਾਇਕੀ ਤਾਂ ਪੋਜ਼ਿਟਿਵ ਹੈਗੀ ਹੈ, ਕਿਉਂਕਿ ਉਹ ਤਰਲੋਚਨ ਹੋਰਾਂ ਦੇ ਨਾਟਕਾਂ ਦੇ ਵਿੱਚੋਂ ਨਿਕਲ ਕੇ ਗਿਆ ਹੋਇਆ ਹੈ। ਤੇ ਜਿਹੜੇ ਬਾਕੀ ਦੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ, ਉਹਨਾਂ ਦੀ ਜਿਹੜੀ ਗਾਇਕੀ ਹੈ, ਉਹ ਕਿਸੇ ਇੱਕ ਦੇ ਪਿੱਛੇ ਨਹੀਂ ਆਪਾਂ ਜਾਂਦੇ, ਸਮੁੱਚੇ ਦੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਵੀ ਉਹ ਤਾਂ ਹੁੜਦੰਗ ਹੀ ਹੈ। ਜੇ ਇੱਕ ਅੱਧੇ ਸ਼ਬਦ ਦੇ ਵਿੱਚ ਉਹਨੂੰ ਨੇੜਨਾ ਹੋਵੇ ਤਾਂ ਹੁੜਦੰਗ ਹੈ, ਹੋਰ ਕੋਈ ਉਹਦੇ 'ਚ ਕੋਈ ਬੋਲ ਨਹੀਂ ਹੈਗਾ, ਕੋਈ ਸੁਣਨ ਸੁਣਾਉਣ ਵਾਲੀ ਗੱਲ ਨਹੀਂ ਹੈਗੀ, ਕੋਈ ਉਹਦੇ 'ਚੋਂ ਕੋਈ ਮੱਤ ਵਾਲੀ ਤਾਂ ਗੱਲ ਬਹੁਤ ਦੂਰ ਰਹੇਗੀ। ਉਦਾਂ ਵੀ ਕੋਈ ਗੱਲ ਪੱਲੇ ਨਹੀਂ ਪੈਂਦੀ ਵੀ ਇਹਦਾ ਅਰਥ ਕੀ ਨਿਕਲੇ। ਸਰਤਾਜ ਦੀ ਗਾਇਕੀ ਬਾਰੇ ਕੀ ਧਾਰਨਾ?
ਸਰਤਾਜ ਪੜ੍ਹਿਆ ਲਿਖਿਆ ਬੰਦਾ ਜੀ। ਸਰਤਾਜ ਦੀ ਗਾਇਕੀ ਹਾਂ ਪੱਖੀ ਗਾਇਕੀ ਹੈ। ਉਹਨੇ ਬਹੁਤ ਅੱਛੇ ਜਿਹੜੇ ਵਿਸ਼ੇ ਨੇ ਉਹ ਟੱਚ ਕੀਤੇ ਨੇ, ਬਹੁਤ ਅੱਛੇ ਵਿਸ਼ੇ ਉਹਨਾਂ ਨੇ ਛੋਹੇ ਨੇ। ਸਰਤਾਜ ਤੋਂ ਬਹੁਤ ਉਮੀਦਾਂ ਨੇ ਜੀ। ਤੁਸੀਂ ਇਹ ਮੰਨਦੇ ਹੋ ਕਿ ਜੋ ਅੱਜ ਪੰਜਾਬ ਦਾ ਮਾਹੌਲ ਹੈ, ਅੱਗੇ ਕਿਤੇ ਪੰਜਾਬ ਦੇ ਵਿੱਚ ਅਖਬਾਰਾਂ 'ਚ ਗੈਂਗਵਾਰ, ਗੈਂਗਸਟਰ ਇਹ ਸ਼ਬਦ ਪੜ੍ਹੇ ਨਹੀਂ ਸੀ, ਪਰ ਹੁਣ ਜਿਹੜਾ ਇਹ ਵੱਧ ਚੜ ਕੇ ਆਏ ਦਿਨ ਖਬਰਾਂ ਆਉਂਦੀਆਂ ਨੇ, ਕਿਤੇ ਨਾ ਕਿਤੇ ਸਾਡੀ ਗਾਇਕੀ ਜਿਹੜੀ ਖਰਾਬ ਹੋ ਰਹੀ ਹੈ ਕੁਝ ਕੁ ਗਾਇਕਾਂ ਦੇ ਵੱਲੋਂ, ਕਿਤੇ ਨਾ ਕਿਤੇ ਉਹਦੀ ਦੇਣ ਹੈ। ਹਰਮਨ ਭੈਣ, ਬਿਲਕੁਲ ਇਹਨੂੰ ਵਰੀ ਨਹੀਂ ਕੀਤਾ ਜਾ ਸਕਦਾ। ਕੋਈ ਕੁਝ ਕਹੀ ਜਾਵੇ, ਇਹ ਲੋਕ ਵਰੀ ਨਹੀਂ ਹੋ ਸਕਦੇ। ਇਹ ਵਗਦੀ ਜਿੱਧਰ ਨੂੰ ਹਨੇਰੀ ਹੁੰਦੀ ਹੈ, ਇਹ ਉਧਰ ਨੂੰ ਹੁੰਦੇ ਨੇ। ਪਿੱਛੇ ਤੋਂ ਨਜ਼ਰ ਮਾਰ ਲਓ, ਜਿੱਧਰ ਨੂੰ ਹਨੇਰੀ ਹੋਈ ਹੈ ਜਾਂ ਜਿੱਧਰ ਨੂੰ ਆਵਾਜ਼ ਚੱਲੀ ਹੈ, ਇਹ ਲੋਕਾਂ ਨੇ ਉਧਰਲੇ ਪਾਸੇ ਨੂੰ ਆਪਣੇ ਆਪ ਨੂੰ ਢਾਲਿਆ। ਪਰ ਬੱਬੂ ਮਾਨ ਨੇ ਤਾਂ ਕਈ ਵਾਰ ਇਹ ਗੱਲ ਕਹੀ ਹੈ ਕਿ ਗਾਇਕੀ ਦਾ, ਗੀਤਾਂ ਦਾ ਸਮਾਜ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਨਹੀਂ, ਇਸ ਗੱਲ ਨਾਲ ਮੈਂ ਬੱਬੂ ਦੀ ਨਾਲ ਸਹਿਮਤ ਨਹੀਂ ਹੈਗਾ। ਜੇ ਇਹਦਾ ਅਸਰ ਨਾ ਪੈਂਦਾ ਹੁੰਦਾ ਤਾਂ ਜਿਹੜਾ ਕੁਝ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ, ਵਾਪਰ ਰਹੇ ਹਾਂ, ਜੋ ਗੀਤਾਂ ਦੇ ਵਿੱਚ ਲਿਖਿਆ ਹੋਇਆ ਜਾਂ ਬੋਲਿਆ ਹੋਇਆ, ਉਸ ਦੇ ਬਿਲਕੁਲ ਨਾਲ ਮਿਲਦੀਆਂ ਜੁਲਦੀਆਂ ਘਟਨਾਵਾਂ ਸਮਾਜ 'ਚ ਕਿਉਂ ਮਿਲਣ? ਕੋਈ ਬੰਦਾ ਕਹਿੰਦਾ ਅਸੀਂ ਐਂ ਕਰ ਦਾਂਗੇ ਕਿਸੇ ਲੜਕੀ ਦੇ ਨਾਲ ਇੱਦਾਂ ਵੀ ਜੋ ਚੀਜ਼ ਲਿਖੀ ਜਾਂਦੀ ਹੈ ਉਹਨੂੰ, ਉਹਦੀ ਜੀਓਗ੍ਰਾਫੀ ਨੂੰ ਜਾਂ ਉਹਦੀ ਦਿੱਖ ਨੂੰ ਲੈ ਕੇ ਉਹੀ ਚੀਜ਼ ਸੋਸਾਇਟੀ ਦੇ ਵਿੱਚ ਕਿਤੇ ਨਾ ਕਿਤੇ ਵਾਪਰ ਜਾਂਦੀ। ਪਰ ਉਹਨਾਂ ਦਾ ਇਹ ਵੀ ਕਹਿਣਾ ਵੀ ਸ਼ੋਲੇ ਫਿਲਮ ਦੇਖ ਕੇ ਕਿੰਨੇ ਗੱਬਰ ਬਣ ਗਏ। ਉਦਾਹਰਨ ਨਹੀਂ, ਦੇਖੋ ਇੱਕ ਉਦਾਹਰਨ ਸਫੀਸ਼ੀਐਂਟ ਨਹੀਂ ਹੁੰਦੀ। ਕਿਸੇ ਗੱਲ ਵਾਸਤੇ ਜੇ ਇੱਕ ਉਦਾਹਰਨ ਦੇ ਕੇ ਆਪਾਂ ਸਮੁੱਚ ਨੂੰ ਝੁਠਲਾਈਏ, ਇਹ ਇਦਾਂ ਨਹੀਂ ਹੋਇਆ ਕਰਦਾ। ਕਿਉਂਕਿ ਉਹ ਆਪਣਾ ਪੱਲਾ ਇਹ ਕਹਿ ਕੇ ਛਡਾ ਲੈਂਦੇ ਨੇ ਕਿ ਦੇਖੋ ਜੀ ਅਸੀਂ ਤਾਂ ਜੋ ਸਮਾਜ 'ਚ ਵਾਪਰਦਾ ਹੈ ਉਹ ਲਿਖਦੇ ਹਾਂ। ਉਹ ਇਹ ਨਹੀਂ ਮੰਨਦੇ ਕਿ ਜੋ ਅਸੀਂ ਗਾ ਰਹੇ ਹਾਂ ਉਹਦੇ ਕਰਕੇ ਸਮਾਜ 'ਚ ਸਾਰਾ ਕੁਝ ਵਾਪਰ। ਨਹੀਂ ਜੀ, ਮੂਰੇ ਲੱਗਦੇ ਨੇ ਜੀ ਗਾਉਣ ਵਾਲੇ, ਕਲਾਕਾਰ ਜਾਂ ਲਿਖਣ ਵਾਲੇ ਮੂਰੇ ਲੱਗਦੇ ਨੇ ਜੀ। ਤੁਹਾਡਾ ਸਟੂਡੀਓ ਵੀ ਆ ਜੀ, ਤੁਹਾਡੇ ਕੋਲੇ ਨਵੇਂ ਪੂਰ ਦੇ ਕਲਾਕਾਰ ਆਉਂਦੇ ਵੀ ਰਿਕਾਰਡਿੰਗ ਕਰਾਉਣ ਦੇ ਲਈ। ਕਈ ਬੇਸੁਰੇ ਵੀ ਹੋਣਗੇ, ਕਈ ਸੁਰ 'ਚ ਵੀ ਹੋਣਗੇ, ਪਤਾ ਨਹੀਂ ਕਿਵੇਂ ਹੋਣਗੇ ਉਹ ਲੋਕ, ਪਰ ਉਹਨਾਂ ਦੀ ਸੋਚ ਕੀ ਹੁੰਦੀ ਹੈ ਜਦੋਂ ਤੁਹਾਡੇ ਕੋਲੇ ਆਉਂਦੇ ਆ? ਹਾਲਾਂਕਿ ਮੈਂ ਸੋਚਦਾ ਵੀ ਦੁਆਬੇ ਤੇ ਮਾਲਵੇ ਦੀ ਗਾਇਕੀ ਦੇ ਵਿੱਚ ਕਾਫੀ ਅੰਤਰ ਹੈ। ਬਿਲਕੁਲ ਵਿਸ਼ੇ ਚੋਣ ਦਾ ਵੀ, ਗਾਉਣ ਦੇ ਅੰਦਾਜ਼ ਦਾ ਵੀ, ਵੀਡੀਓ ਮਹਿੰਗਾ ਸਸਤਾ ਉਹਦੇ ਪੱਖ ਤੋਂ ਵੀ, ਆ ਮੁੱਲ ਜਿਹੜਾ ਉਹ ਕਿਵੇਂ ਖਰਚਣਾ ਉਹਦੇ ਪੱਖ ਤੋਂ ਵੀ, ਤੇ ਕਲਾਕਾਰਾਂ ਦੇ ਵੱਲੋਂ ਜੋ ਪ੍ਰੋਗਰਾਮ ਲਾ ਕੇ ਪੈਸੇ ਵੱਟੇ ਜਾਂਦੇ ਉਹਦੇ ਪੱਖ ਤੋਂ ਵੀ। ਜੀ, ਤੁਹਾਡੇ ਕੋਲੇ ਜਿਹੜੇ ਆਉਂਦੇ ਆ ਉਦੋਂ ਤੁਹਾਡੀ ਕੀ ਮਾਨਸਿਕਤਾ ਬਣਦੀ ਵੀ ਭਾਈ ਯਾਰ ਅੱਜ ਗਾਇਕੀ ਕਿਹੜੇ ਪਾਸੇ ਨੂੰ ਚਲੀ ਗਈ ਆ? ਆ ਮੁੰਡੇ ਜਿਹੜੇ ਕੁੜੀਆਂ ਆਉਂਦੇ ਆ ਇਹ ਤਾਂ ਆਹ ਗੱਲ ਸੋਚਦੇ ਆ। ਉਹ ਤਾਂ ਜੀ ਉਸੇ ਚੀਜ਼ ਨੂੰ ਲੈ ਕੇ ਆਉਂਦੇ ਆ ਵੀ ਮੈਂ ਇੱਕਦਮ ਕਿਵੇਂ ਹਾਈ ਹੋ ਸਕਦਾ। ਮੈਨੂੰ ਤਾਂ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਹਦੇ ਰਾਹੀਂ ਮੈਂ ਸਿੱਧਾ ਨਿਕਲ ਜਾ ਸ਼ੁਰੂ ਕਰਕੇ। ਕੋਈ ਵੀ ਢੰਗ ਤਰੀਕਾ ਮੈਨੂੰ ਦੱਸੋ। ਉਹ ਕੋਈ ਢੰਗ ਤਰੀਕਾ ਹੁੰਦਾ ਨਹੀਂ, ਤੇ ਪਰ ਉਹਨਾਂ ਨੂੰ ਸਮਝਾਉਣ ਦੀ ਗੱਲ ਕੀਤੀ ਜਾਂਦੀ ਹੈ, ਉਹ ਕੋਈ ਗੱਲ ਨਹੀਂ ਸਮਝਦੇ। ਉਹਨਾਂ ਦੇ ਅੰਦਰ ਜੋ ਝੱਲ ਚੜਿਆ ਹੋਇਆ ਹੈ, ਉਹ ਝੱਲ ਨੂੰ ਲੈ ਕੇ ਹੀ ਆਪਦਾ, ਜੇ ਅਸੀਂ ਕਹਿ ਦਿੰਦੇ ਹਾਂ ਉਹਨੂੰ ਵੀ ਨਾ ਕਰ ਤੂੰ ਇਹ ਕੁਛ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਹੋਰ ਕਰ ਲੈਂਦੇ ਨੇ। ਮਤਲਬ ਕਰਨਾ ਉਹਨੇ ਉਹੀ ਹੈ ਜੋ ਕੁਛ ਨੂੰ ਉਹ ਲੈ ਕੇ ਘਰੋਂ ਤੁਰਿਆ ਹੋਇਆ ਹੈ। ਬਟ ਉਹ ਹਟਾਏ ਹਟਦੇ ਨਹੀਂ। ਜਦ ਇਹ ਨਹੀਂ ਹਟਦੇ, ਖੁਦ ਨਹੀਂ ਹਟਦੇ ਆਪਣਾ ਕਿੱਲਾ ਵੇਚਣੋਂ, ਫਿਰ ਉਹਨਾਂ ਦਾ ਜੋ ਪ੍ਰਭਾਵ ਹੈ ਇਹ ਵੀ ਤਾਂ ਸੋਚ ਸਕਦੇ ਨੇ ਵੀ ਮੈਂ ਕਿੱਲਾ ਕਾਹਨੂੰ ਵੇਚਾਂ, ਮਾੜੀ ਮੋਟੀ ਗੱਲ ਪਿੱਛੇ। ਜਦੋਂ ਜਿਹੜੀ ਹਿੰਡ ਲੈ ਕੇ ਉਹ ਬੋਲ ਗਾਉਂਦੇ ਨੇ ਤਾਂ ਫਿਰ ਉਹ ਬੋਲ ਲੋਕਾਂ ਤੇ ਕਿਉਂ ਨਹੀਂ ਪ੍ਰਭਾਵ ਪਾਉਣਗੇ? ਪਰ ਸਰ ਗੱਲ ਇਹ ਹੈ ਕਿ ਬਹੁਤ ਸਾਰੇ ਗਾਇਕਾਂ ਦਾ ਇਹ ਵੀ ਉਲਾਮਾ ਹੁੰਦਾ ਹੈ ਕਿ ਕੰਪਨੀਆਂ ਇਹ ਸਭ ਕੁਝ ਮੰਗਦੀਆਂ ਨੇ। ਬਿਲਕੁਲ ਗਲਤ ਗੱਲ ਹੈ ਜੀ, ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਬਹੁਤ ਉਦਾਹਰਨਾਂ ਨੇ ਜਿਨ੍ਹਾਂ ਤੋਂ ਕੰਪਨੀਆਂ ਆਸ ਵੀ ਨਹੀਂ ਕਰ ਸਕਦੀਆਂ। ਮੈਂ ਤੁਹਾਨੂੰ ਕਹਾਂ, ਕਦੇ ਹੰਸਰਾਜ ਹੰਸ ਨੂੰ ਕਿਹਾ ਵੀ ਕਲੀਆਂ ਗਾਓ। ਮਾਨਕ ਸਾਹਿਬ ਨੂੰ ਕਦੇ ਕਿਸੇ ਨੇ ਕਿਹਾ ਵੀ ਤੂੰ ਭੇਟਾਂ ਸੁਣਾ। ਜੋ ਉਹਦੇ ਕੋਲ ਹੈ ਉਹ ਕੁਛ ਦੀ ਉਸ ਤੋਂ ਆਸ ਕੀਤੀ ਜਾਂਦੀ ਹੈ। ਸੋ ਕੰਪਨੀਆਂ ਦਾ ਕਿਤੇ ਪਹਿਲਾਂ ਤਾਂ ਮਾੜਾ ਮੋਟਾ ਹੁੰਦਾ ਸੀਗਾ, ਹੁਣ ਤਾਂ ਕੰਪਨੀਆਂ ਦਾ ਕੋਈ ਬਹੁਤਾ ਉਹਦੇ 'ਚ ਤਜਰਬਾ, ਹੁਣ ਤਾਂ ਕੰਪਨੀ ਵਾਲੇ ਵੀ ਉਲਝੇ ਫਿਰਦੇ ਨੇ ਵੀ ਕੀ ਕਰੀਏ। ਕੰਪਨੀ ਵਾਲਿਆਂ ਨੂੰ ਵੀ ਕੋਈ ਗੱਲ ਨਹੀਂ ਔੜ ਰਹੀ ਵੀ ਅਸੀਂ ਕੀ ਕਰੀਏ। ਉਹ ਮਤਲਬ ਆਪੜ ਤਪੜੀ ਜਿਹੜੀ ਹੁੰਦੀ ਹੈ ਉਹ ਕੰਪਨੀ ਵਾਲਿਆਂ ਦੇ ਵਿੱਚ ਵੀ ਹੋ ਚੁੱਕੀ ਹੈ ਹੁਣ, ਵੀ ਕੀ ਕਰੀਏ ਤੇ ਕੀ ਨਾ ਕਰੀਏ, ਕੀ ਚੱਲੂ ਆਉਣ ਵਾਲੇ ਸਮੇਂ ਦੇ ਵਿੱਚ। ਜੀ, ਕੁਝ ਕੁ ਵਰੇ ਪਹਿਲਾਂ, ਇਹ ਤੁਹਾਡੀ ਜ਼ਾਤੀ ਜ਼ਿੰਦਗੀ ਦਾ ਸਵਾਲ ਆ, ਇਹਦਾ ਗਾਇਕੀ ਨਾਲ ਕੋਈ ਸੰਬੰਧ ਨਹੀਂ ਆ। ਹਾਂਜੀ, ਤੁਹਾਡੇ ਉੱਤੇ ਦੋਸ਼ ਲਾਇਆ। ਹਾਂਜੀ,
ਮੈਂ ਸੋਚਦਾ ਨਿੱਜੀ ਤੌਰ ਦੇ ਉੱਤੇ ਕਿ ਪਤਾ ਨਹੀਂ ਉਹ ਸਹੀ ਸੀ ਜਾਂ ਗਲਤ ਸੀ, ਪਰ ਉਹਦੇ ਨਾਲ ਸਮਾਜਿਕ ਜੀਵਨ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦਾ। ਜੀ ਜੀ। ਇੱਕ ਲੜਕੀ ਦੇ ਵੱਲੋਂ ਛੇੜਖਾਨੀ ਦਾ ਲਾਇਆ ਗਿਆ, ਹਾਂਜੀ ਹਾਂਜੀ। ਉਹਦੇ ਬਾਰੇ ਖੁੱਲ੍ਹ ਕੇ ਦੱਸਣਾ ਚਾਹੋਗੇ, ਕਿਉਂਕਿ ਕਈ ਲੋਕ ਜਦੋਂ ਇਹ ਇੰਟਰਵਿਊ ਦੇਖਣਗੇ ਉਹ ਕਹਿਣਗੇ ਵੀ ਟਹਿਣੇ ਨੇ ਤੇ ਹਰਮਨ ਜੀ ਨੇ ਆਹ ਸਵਾਲ ਜਾਣ ਕੇ ਨਹੀਂ ਪੁੱਛਿਆ। ਬਿਲਕੁਲ ਇਹਨਾਂ ਨੇ ਕੋਈ ਲਿਹਾਜ਼ ਕੀਤੀ ਹੈ। ਬਿਲਕੁਲ ਮੈਂ ਨਹੀਂ ਚਾਹੁੰਦਾ ਕਲੀਅਰ ਹੋਣੀ ਚਾਹੀਦੀ। ਸ਼ੰਕਾ ਨਿਵਰਤੀ ਕਰਦੇ ਮੇਰੀ ਰਿਟਾਇਰਮੈਂਟ ਦੇ ਵਿੱਚ ਕੇਵਲ 7-8 ਮਹੀਨੇ ਰਹਿੰਦੇ ਸੀ ਤੇ ਮੈਂ ਹੈੱਡ ਪ੍ਰਮੋਟ ਹੋ ਕੇ ਗਿਆ। ਇੱਥੇ ਥੋੜੀ ਜਿਹੀ ਦੂਰ ਪਿੰਡ ਪੈਂਦਾ ਜੀ, ਖੇੜੇ। ਜਦੋਂ ਨੂੰ ਮੈਂ ਗਿਆ ਉਦੋਂ ਹੀ ਸੜਕ ਵਾਲੇ ਜਿਹੜੀ NH ਹਾਈਵੇ, ਨੈਸ਼ਨਲ ਹਾਈਵੇ, ਉਹ ਮੁਆਇਨਾ ਕਰਕੇ ਆ ਕੇ ਸਾਡੇ ਸਕੂਲ ਦੇ ਵਿੱਚ ਨਿਸ਼ਾਨ ਲਾ ਗਏ ਵੀ ਇੱਥੇ ਤੱਕ ਸੜਕ ਦਾ ਏਰੀਆ ਆਉਣਾ ਜੀ। ਕੈਲਕੂਲੇਸ਼ਨ ਕਰਕੇ ਉਹਨੇ ਕੁਝ ਦਿਨਾਂ ਬਾਅਦ ਦੱਸਤਾ ਵੀ ਤੁਹਾਨੂੰ 47 ਲੱਖ ਰੁਪਈਆ ਮਿਲਣਾ ਹੈ ਜੀ। 47 ਲੱਖ ਰੁਪਈਆ ਨੂੰ ਸੁਣਨਸਾਰ ਜਿਹੜੇ ਕੜਮ ਚੌਧਰੀ ਹੁੰਦੇ ਨੇ ਉਹਨਾਂ ਨੇ ਆ ਕੇ ਜੀ ਸਕੂਲ ਤੇ ਕਾਬਜ਼ ਹੋ ਗਏ। ਉਹ ਬੋਲੀ ਲੱਗੀ, ਜਿਹੜੇ ਉੱਥੇ ਦਰਖਤ ਪੱਟ ਕੇ ਉਹਨਾਂ ਨੇ ਸਿੱਟੇ ਸੀਗੇ, ਉਹ ਬੋਲੀ ਵਾਲੇ ਦਿਨ ਹੀ ਉਹਨਾਂ ਦੀ ਜਿਹੜੀ ਅੰਦਰੂਨੀ ਗੱਲ ਦਾ ਪਤਾ ਲੱਗ ਗਿਆ। ਉਹ ਕਹਿੰਦੇ ਜੀ ਤੁਸੀਂ ਬੋਲੀ ਕਰਾਓ ਤੇ ਪੈਸੇ ਸਾਨੂੰ ਫੜਾਓ, ਪੰਚਾਇਤ ਹੈ। ਮੈਂ ਕਿਹਾ ਜੀ ਜਿਹੜਾ ਬੰਦਾ ਬੋਲੀ ਕਰਾਊਗਾ ਤਾਂ ਪੈਸੇ ਤਾਂ ਉਹ ਰੱਖੂਗਾ ਜਾਂ ਸਕੂਲ ਦੇ ਖਾਤੇ 'ਚ ਜਾਣਗੇ, ਤੁਸੀਂ ਬੋਲੀ ਕਰਾਓ ਤੇ ਤੁਸੀਂ ਆਪਣੇ ਪੈਸੇ ਲੈ ਜਾਓ, ਸਾਨੂੰ ਬਾਹਰ ਕੱਢੋ। ਜੇ ਸਕੂਲ ਨਹੀਂ ਬੋਲੀ ਹੋਊ ਤਾਂ ਪੈਸੇ ਸਕੂਲ ਦੇ ਫੰਡ 'ਚ ਜਮ੍ਹਾਂ ਹੋਣਗੇ। ਉਹ ਉੱਥੇ ਥੋੜੀ ਜੀ ਗੱਲ ਤਾਰ ਪੀੜੋ ਹੋ ਗਈ ਜੀ, ਮੈਂ ਬੋਲੀ ਕੈਂਸਲ ਕਰਤੀ। ਅੱਛਾ ਜੀ। ਹਾਂਜੀ। ਉਹਨਾਂ ਨੂੰ ਮੇਰੀ ਆਦਤ ਬਾਰੇ, ਮੇਰੇ ਨਜ਼ਰੀਏ ਬਾਰੇ ਪਤਾ ਲੱਗ ਗਿਆ ਵੀ ਆਉਣ ਵਾਲਾ ਸਮਾਂ ਤਾਂ 47 ਲੱਖ ਦਾ। ਇਹ ਤਾਂ ਗੱਲ ਛੋਟੀ ਜੀ ਗੱਲ ਤੇ ਵੀ। ਉਸ ਤੋਂ ਬਾਅਦ ਜੀ ਉਹਨਾਂ ਨੇ ਕੋਈ ਪਰਦੇਸੀ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਸੀ, ਉਸ ਦੀ ਬੇਟੀ ਸਾਡੇ ਸਕੂਲ ਦੇ ਵਿੱਚ 8ਵੀਂ 'ਚ ਪੜ੍ਹਦੀ ਸੀ। ਉਹਨਾਂ ਨੇ ਇੱਕ ਪਲਾਨਿੰਗ ਦੇ ਤਹਿਤ ਲਗਭਗ 13-14 ਸਾਲ ਦੀ ਉਮਰ, ਹਾਂਜੀ 14 ਸਾਲ ਦੀ ਉਮਰ ਦੀ, ਉਹ ਮਤਲਬ ਪਿੰਡ 'ਚੋਂ ਤਾਂ ਇਹੋ ਜਿਹਾ ਕੁਛ ਕਾਹਨੂੰ ਕੋਈ ਕਰਦਾ ਹੁੰਦਾ ਹੈ। ਉਸ ਨੂੰ ਪਰਦੇਸੀ ਬੰਦੇ ਦੀ ਉਸ ਬੇਟੀ ਨੂੰ ਉਹਨਾਂ ਨੇ ਲਾਲਚ ਦਿੱਤਾ, ਪਤਾ ਨਹੀਂ ਕੀ ਕੁਛ ਕਿਸ ਰੂਪ ਦੇ ਵਿੱਚ ਉਹਨੂੰ ਪ੍ਰੇਰਿਆ ਵੀ ਤੂੰ ਇੱਕ ਵਾਰੀ ਕਹਦੇ ਵੀ ਮੈਨੂੰ ਹੈਡਮਾਸਟਰ ਨੇ ਛੇੜਤਾ, ਬਸ ਇਹ ਤੋਂ ਬਾਅਦ ਤੈਨੂੰ ਹੋਰ ਕੁਛ ਨਹੀਂ। ਜਿਸਮਾਨੀ ਛੇੜਛਾੜ। ਹਾਂ ਬਸ ਵੀ ਮੈਨੂੰ ਹੈਡਮਾਸਟਰ ਨੇ ਛੇੜਤਾ, ਬਸ ਇੰਨੀ ਗੱਲ ਕਹਿ ਦੇ ਤੂੰ, ਹੋਰ ਕੁਛ ਨਹੀਂ ਕਹਿਣਾ ਤਾਂ। ਚਲੋ ਜੀ, ਉਹਨੇ ਜਾ ਕੇ ਉੱਥੇ ਬੱਚੇ ਨੂੰ ਲੈ ਕੇ ਉਹਨੂੰ ਉੱਥੇ ਜਾ ਕੇ ਰਿਪੋਰਟ ਲਿਖਾਤੀ ਵੀ ਮੈਨੂੰ ਥਾਣੇ 'ਚ ਜੀ ਸਲਾਮ ਵੀ ਮੈਨੂੰ ਹੈਡਮਾਸਟਰ ਸਾਹਿਬ ਨੇ ਛੇੜਿਆ। ਚਲੋ ਜੀ, ਪੁਲਿਸ ਆ ਗਈ ਤੇ ਪੁਲਿਸ ਨੇ ਮੇਰੇ ਤੇ ਕੇਸ ਕਰਤਾ। ਕੇਸ ਤੋਂ ਬਾਅਦ ਉਸ ਵੇਲੇ ਇੱਕ ਇਹੋ ਜਿਹਾ ਮਤਲਬ ਕਾਨੂੰਨ ਪਾਸ ਹੋ ਚੁੱਕਿਆ ਸੀ ਇੱਕ ਤਰਫਾ। ਉਹ ਵਕੀਲ ਸਾਹਿਬ ਜ਼ਿਆਦਾ ਜਾਣਦੇ ਨੇ ਜਾਂ ਇਸ ਲਾਈਨ ਨਾਲ ਜੁੜੇ ਹੋਏ ਜ਼ਿਆਦਾ ਜਾਣਦੇ ਨੇ। ਉਸ ਵੇਲੇ ਸੀ ਵੀ ਨਾਬਾਲਗ ਨੇ, ਜੋ ਕਹਤਾ ਉਹੀ ਸੱਚ ਹੈ। ਇੱਕ ਤਰਫਾ ਕਾਨੂੰਨ ਪਾਸ ਹੋ ਚੁੱਕਿਆ ਸੀਗਾ, ਜਿਹਦੇ ਚ ਬਾਅਦ ਚ ਸੁਪਰੀਮ ਕੋਰਟ ਨੇ ਸੋਧ ਕੀਤੀ ਵੀ ਇਹ ਤਾਂ ਬਿਲਕੁਲ ਗਲਤ ਹੈ, ਇਹਦਾ ਤਾਂ ਨਿਆਂ ਕਿਸੇ ਨੂੰ ਮਿਲਣਾ ਹੀ ਨਹੀਂ। ਤੁਹਾਨੂੰ ਜੇਲ੍ਹ ਵੀ ਜਾਣਾ ਪਿਆ? ਬਿਲਕੁਲ ਜੇਲ੍ਹ ਜਾਣਾ ਪਿਆ ਜੀ। ਤੇ ਉਦੋਂ ਬਾਅਦ ਫਿਰ ਉਹ ਜਿਹੜਾ ਸੀਗਾ ਮੈਨੂੰ ਉਹਦੇ ਚ ਮੈਨੂੰ ਸਜ਼ਾ ਹੋਈ। ਅੱਛਾ। ਹਾਂਜੀ। ਤੇ ਹੁਣ ਫ੍ਰੀ ਹਾਂ ਜੀ ਹਾਈ ਕੋਰਟ ਵੱਲੋਂ। ਮੈਂ ਬਰੀ ਹੋ ਗਏ ਜਾਂ ਜ਼ਮਾਨਤ ਤੇ? ਮੈਂ ਜ਼ਮਾਨਤ ਤੇ ਹਾਂ ਜੀ ਫਿਲਹਾਲ, ਤੇ ਬਰੀ ਹੋ ਹੀ ਜਾਣਾ ਹੈ, ਉੱਥੇ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਕੋਈ ਵੀ ਉਹਨਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਹੈ ਹੀ ਨਹੀਂ ਸੀਗਾ। ਸਿਰਫ ਇੱਕੋ ਹੀ ਸੀਗਾ ਵੀ ਇਹ ਨਾਬਾਲਗ ਨੇ ਕਹਿਤਾ ਤਾਂ ਸੱਚ ਹੈ, ਬਾਕੀ ਹੋਰ ਕੋਈ ਗੱਲ ਹੈ ਹੀ ਨਹੀਂ ਸੀਗਾ। ਤੇ ਨਾ ਹੀ ਕੋਈ ਇਸ ਗੱਲ ਦਾ ਭੈ ਹੈ, ਨਾ ਕੋਈ ਇਸ ਗੱਲ ਦਾ ਡਰ ਹੈ ਵੀ ਮੈਨੂੰ ਕੋਈ ਅੱਗੇ ਕੁਝ ਹੋਰ ਹੋ ਜਾਊਗਾ। ਉਹ ਤਾਂ ਕਿਉਂਕਿ ਅੰਦਰ ਸਾਰਾ ਕੁਝ ਦੱਸ ਦਿੰਦਾ ਮੈਨੂੰ। ਤੇ ਇਹ ਸਭ ਕੁਝ ਦਾ ਆਪਣੇ ਨਿੱਜੀ ਜ਼ਿੰਦਗੀ ਦੇ ਉੱਪਰ, ਸਮਾਜਿਕ ਜੀਵਨ ਦੇ ਉੱਪਰ ਬਹੁਤ ਅਸਰ ਹੋਇਆ ਹੋਵੇਗਾ। ਦੇਖੋ ਜੀ, ਮੇਰੇ ਸਾਹਮਣੇ ਮੱਥੇ ਜਿੱਦਾਂ ਕੁਝ ਹੁੰਦਾ ਹੈ ਉਹ ਤਾਂ ਨਹੀਂ ਮੈਨੂੰ ਕਦੇ ਕੁਝ ਪਤਾ ਲੱਗਿਆ। ਇਹ ਤਾਂ ਗੱਲ ਲੋਕਾਂ ਵੱਲੋਂ ਦੱਸੀ ਜਾ ਸਕਦੀ ਹੈ ਵੀ ਕਿੰਨਾ ਕੁ ਇਹਦਾ ਅਸਰ ਹੋਇਆ ਜਾਂ ਕਿੰਨਾ ਕੁ ਲੋਕ ਸੱਚਾਈ ਮੰਨਦੇ ਨੇ, ਕਿੰਨੇ ਕੁ ਲੋਕ ਇਹਨੂੰ ਸੱਚਾਈ ਨਹੀਂ ਮੰਨਦੇ। ਪਰ ਜਿੱਥੇ ਤੱਕ ਮੈਂ ਵਿਚਰਦਾ ਜਾਂ ਜਿੱਥੇ ਤੱਕ ਮੈਂ ਜਾਣਦਾ, ਉਹਦੇ ਕਿਸੇ ਮੇਰੇ ਵਿਚਰਨ ਦੇ ਵਿੱਚ ਕਿਤੇ ਮੈਨੂੰ ਤਾਂ ਕੋਈ ਪ੍ਰੋਬਲਮ ਕਦੇ ਦਿਸੀ ਨਹੀਂ ਬਈ ਇਦਾਂ ਦੀ ਕੋਈ ਗੱਲਬਾਤ ਹੋਈ ਜਾਂ ਇੱਥੇ ਸ਼ਿੰਗਾਰਾ ਚਹਿਲ ਨੂੰ ਨਾ ਸੱਦਿਆ ਜਾਵੇ ਜਾਂ ਇਦਾਂ ਕੋਈ ਇਦਾਂ ਦਾ ਇਲਜ਼ਾਮ ਹੈ, ਇਹ ਕੋਈ ਮੈਨੂੰ ਤਾਂ ਨਹੀਂ ਕਦੇ ਇਸ ਤਰ੍ਹਾਂ ਦਾ ਅਹਿਸਾਸ ਹੋਇਆ। ਫਰਕ ਜ਼ਰੂਰ ਪਿਆ ਹੋਊਗਾ, ਇਹਨੂੰ ਆਪੇ ਤੋਂ ਮੁਨਕਰ ਨਹੀਂ ਹੋ ਸਕਦੇ। ਹਾਂ, ਕੁਛ ਨਾ ਕੁਛ ਜ਼ਰੂਰ, ਕਿਉਂਕਿ ਬਹੁਤੇ ਲੋਕ ਕਹਿੰਦੇ ਨੇ ਯਾਰ ਅੱਜ ਕੱਲ੍ਹ ਮਾਸਟਰ ਛੇੜ ਝੂਟ ਦਿੰਦੇ ਨੇ, ਕੋਈ ਪਤਾ ਨਹੀਂ ਅੱਜ ਕੱਲ੍ਹ ਜ਼ਮਾਨੇ ਦਾ। ਪਰ ਇਹ ਹੈ ਵੀ ਉਹ ਮੇਰੇ ਕੋਲੇ ਕੁਛ ਦਲੀਲਾਂ ਨੇ ਜੀ ਵੀ ਜਿਹਦੀ ਰਿਟਾਇਰਮੈਂਟ ਦੇ ਵਿੱਚ ਕੇਵਲ 7 ਮਹੀਨੇ ਰਹਿੰਦੇ ਹੋਣ, ਉਸ ਬੰਦੇ ਦਾ ਗੌਰਮੈਂਟ ਕਨੀ 70 ਲੱਖ ਰੁਪਈਆ ਰਹਿੰਦਾ ਹੋਵੇ, ਮਿਲਣ ਕਨੀਓ
ਕੋਈ 70 ਲੱਖ ਦੇ ਉੱਤੇ ਬੰਦਾ ਜਿਹਨੇ ਸਾਰੀ ਉਮਰ ਬਿਲਕੁਲ। ਉਹਦੇ ਤੇ ਉਸੇ ਦੀ ਬੈਠਾ ਹੋਵੇ ਵੀ ਮੈਨੂੰ ਮਿਲਣਗੇ ਤੇ ਆਪਣੇ ਬੱਚੇ ਪਾਲਾਂਗੇ, ਉਹ 70 ਲੱਖ ਦੀ ਕਾਟੀ ਮਾਰ ਲਈ ਅਗਲਾ। ਕੁਛ ਪਾਰਟੀ ਵੱਜੀ ਕਿ ਮਿਲ ਗਿਆ? ਉਹ ਮਿਲ ਗਿਆ ਜੀ ਮੈਨੂੰ। ਹਾਂਜੀ ਉਹ ਮੈਨੂੰ। ਚਲੋ ਅਸੀਂ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਥੈਂਕ ਯੂ। ਤੁਸੀਂ ਚੰਗਾ ਗਾਉਂਦੇ ਰਹੋ, ਕਿਉਂਕਿ ਅਸੀਂ ਗਾਇਕੀ ਦੀ ਹੀ ਗੱਲਬਾਤ ਕਰਨ ਆਏ ਸੀਗੇ। ਬਿਲਕੁਲ ਜੀ, ਇਹ ਤਾਂ ਬਿਲਕੁਲ। ਕਰਕੇ ਸਵਾਲ ਪੁੱਛਿਆ ਵੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਨਾ ਲੱਗੇ ਵੀ ਅਸੀਂ ਕੋਈ ਇੱਕ ਤਰਫਾ ਗੱਲ ਕੀਤੀ ਆ, ਅਸੀਂ ਉਹ ਵਿਸ਼ਾ ਜਾਣਬੁੱਝ ਕੇ ਨਹੀਂ ਛੋਇਆ। ਨਹੀਂ ਜੀ, ਇਹ ਹੋਣੀ ਚਾਹੀਦੀ ਹੈ ਗੱਲ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਪਰਤ ਦਰ ਪਰਤ, ਹਰ ਪਰਤ ਖੁੱਲਣੀ ਚਾਹੀਦੀ ਹੈ ਕਿ ਕੋਈ ਵਾਕਈ ਤੁਹਾਡੇ ਵਾਲੀ ਗੱਲ ਹੈ। ਜੇ ਤੁਸੀਂ ਇਸ ਗੱਲ ਨੂੰ ਨਾ ਛੇੜਦੇ ਤਾਂ ਜ਼ਰੂਰ ਕੁਝ ਲੋਕਾਂ ਨੇ ਤਾਂ ਕਹਿਣਾ ਸੀ ਵੀ ਵਾਕਈ ਕੋਈ ਗੱਲ ਹੋਣੀ ਜਿਹੜੀ ਟੈਣਾ ਸਾਹਿਬ ਨੂੰ ਮਿੱਤਰਤਾ ਤੌਰ ਤੇ ਜਾਂ ਕਿਸੇ ਗੱਲ ਕਰਕੇ ਰੋਕਤੀ। ਇਹ ਗੱਲ ਕਹਿਣੀ ਤੁਹਾਡੀ ਮੈਨੂੰ ਵਧੀਆ ਲੱਗਦੀ ਹੈ ਵੀ ਤੁਸੀਂ ਇਹ ਗੱਲ ਕਹੀ, ਲੋਕਾਂ ਦੇ ਵਿੱਚ ਗਈ, ਮੈਨੂੰ ਸਪਸ਼ਟੀਕਰਨ ਦੇਣ ਦਾ ਮੌਕਾ ਮਿਲਿਆ, ਮੇਰੇ ਵਾਸਤੇ ਸ਼ਾਇਦ ਹੋਰ ਫਾਇਦੇ ਲਈ ਗੱਲ ਹੋਵੇ ਜੀ। ਸੋ ਆਪਾਂ ਇੱਕ ਗਾਣੇ ਦੇ ਹੋਰ ਬੋਲ ਸੁਣ ਲਈਏ, ਆਪਾਂ ਬਹੁਤ ਸੰਜੀਦਾ ਗੱਲਾਂ ਕਰ ਲਈਆਂ। ਸੋ ਹੁਣ ਇੱਕ ਗਾਣੇ ਵੱਲ ਨੂੰ ਚੱਲਦੇ ਆ, ਇੱਕ ਗਾਣੇ ਦੇ ਬੋਲ। ਗਾਣੇ ਤੋਂ ਬਾਅਦ ਸਮਾਪਤੀ। ਗਾਣੇ ਤੋਂ ਬਾਅਦ ਸਮਾਪਤੀ 45 ਸਾਲ ਪਹਿਲਾਂ, 50 ਸਾਲ ਪਹਿਲਾਂ ਕੁਝ ਗੱਲਾਂ ਲਿਖੀਆਂ ਗਈਆਂ ਸੀਗੀਆਂ ਜਿਹੜੀਆਂ ਅੱਜ ਵੀ ਹੂਬਹੂ ਉਵੇਂ ਹੀ ਨੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖ ਦਿਓ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਬਹੁਤ ਖੂਬ, ਬਹੁਤ ਕਮਾਲ, ਬਹੁਤ ਹੀ ਕਮਾਲ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਹੁਣ ਆਪਣਾ ਪਸੰਦੀਦਾ ਸਵਾਲ ਪੁੱਛੋ। ਨਹੀਂ ਤੁਸੀਂ ਆਪਾਂ ਪੁੱਛ, ਬਹਿ ਕੇ ਨਿਕਲ ਗਏ। ਤੁਸੀਂ ਪੁੱਛ ਲਓ। ਹਾਂ ਬਾਈ ਜੀ, ਕਿਵੇਂ ਲੱਗਾ ਚੱਜ ਦਾ ਵਿਚਾਰ ਚਾਰ? ਬਹੁਤ ਵਧੀਆ ਜੀ, ਮੇਰਾ ਧੰਨ ਭਾਗ। ਅੱਜ ਮੈਂ ਬਹੁਤ ਧੰਨ ਹੋ ਗਿਆ ਤੇ ਕਿਉਂਕਿ ਪ੍ਰਾਈਮ ਏਸ਼ੀਆ ਨੂੰ ਹਰ ਬੰਦਾ ਉਡੀਕਦਾ ਹੈ, ਕੋਈ ਛੋਟਾ ਅਦਾਰਾ ਨਹੀਂ ਹੈ ਪ੍ਰਾਈਮ ਏਸ਼ੀਆ। ਖਾਸ ਕਰਕੇ ਸਵਰਨ ਟਹਿਣਾ ਤੇ ਹਰਮਨ ਥਿੰਦ ਦੀ ਜਿਹੜੀ ਜੋੜੀ ਹੈ ਵੀ ਉਹ ਸਾਡੇ ਨਾਲ ਚਾਰ ਗੱਲਾਂ ਕਰੇ, ਇਹ ਵਾਕਈ ਲੋਕਾਂ ਦੀ ਕਮਜ਼ੋਰੀ ਬਣ ਚੁੱਕੀ ਹੈ ਇਹ ਗੱਲ। ਤੇ ਇਸ ਕਰਕੇ ਮੈਂ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਸ਼ੁਭ ਹੈ ਵੀ ਪ੍ਰਾਈਮ ਏਸ਼ੀਆ ਦੀ ਟੀਮ ਮੇਰੇ ਕੋਲ ਹੈ ਤੇ ਉਹਦੇ ਨਾਲ ਮੇਰੀਆਂ ਗੱਲਾਂ ਹੋਈਆਂ ਨੇ। ਤੇ ਮੈਂ ਅਰਦਾਸ ਕਰੂੰ ਵਾਹਿਗੁਰੂ ਮੂਹਰੇ ਇਹੋ ਜਿਹੇ ਦਿਨ ਰੋਜ਼ ਆਉਂਦੇ ਰਹਿਣ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਤਦ ਤੱਕ ਦੇ ਲਈ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਚੱਜ ਦਾ ਵਿਚਾਰ।